ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਬਨ ਬੜਾਈ। ਜੋ ਤੂੰ ਦੇਹ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ 부ਝਾਈ। ਜੈਸੇ ਸੱਚ ਮੈਂ ਰਹੂੰ ਰਜਾਈ, ਪਾਕ ਪਰਵਰਦਗਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ। ਜਗਤ ਗੁਰੂ ਗਰੀਬ ਨਵਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਗੁਰੂ ਪਾਤਸ਼ਾਹ ਦੇ ਪਰਮ ਪਿਆਰ 'ਚ ਪਰੋਤੀ ਹੋਈ, ਗੁਰੂ ਰੰਗ 'ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋ। ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋ ਕੇ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਨਾਲ ਆਪ ਜੀ ਸਰਵਣ ਕਰ ਰਹੇ ਹੋ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਤਾਪ ਚੌਂ ਦਿਸ਼ਾਵਾਂ ਵਿੱਚ ਦਸਾਂ ਦਿਸ਼ਾਵਾਂ ਵਿੱਚ ਪ੍ਰਗਟ ਹੋ ਰਿਹਾ। ਬੇਅੰਤ ਗੁਰ ਸਿੱਖ ਗੁਰੂ ਦਰਸ਼ਨਾਂ ਵਾਸਤੇ ਗੋਇੰਦਵਾਲ ਸਾਹਿਬ ਇਕੱਤਰ ਹੁੰਦੇ ਹਨ। ਬਾਬਾ ਦਾਤੂ ਜੀ ਦੇ ਕੁਝ ਸੰਗੀ ਖਡੂਰ ਸਾਹਿਬ ਜਾ ਕੇ ਬਾਬਾ ਦਾਤੂ ਜੀ ਨੂੰ ਤਾਨੇ ਮਾਰਦੇ ਐ ਕਿ ਤੁਸੀਂ ਗੁਰੂ ਦੇ ਪੁੱਤਰ ਹੋ ਕੇ ਖਾਲੀ ਰਹਿ ਗਏ ਹੋ। ਤੁਹਾਡੇ ਘਰ ਦਾ ਸੇਵਕ ਇੰਨਾ ਮਾਣ ਇੰਨਾ ਪ੍ਰਤਾਪ ਪ੍ਰਾਪਤ ਕਰ ਰਿਹਾ ਹੈ, ਤੁਹਾਡੇ ਵੱਲ ਕੋਈ ਨਹੀਂ ਆਉਂਦਾ। ਉੱਥੇ ਬੇਅੰਤ ਸੰਗਤਾਂ ਆ ਰਹੀਆਂ। ਕੁਸੰਗੀ ਦੇ ਸੰਗ ਦੇ ਪ੍ਰਭਾਵ ਥੱਲੇ ਆ ਕੇ ਬਾਬਾ ਦਾਤੂ ਜੀ ਬੜੇ ਕ੍ਰੋਧ ਵਿੱਚ ਆਏ। ਖਡੂਰ ਸਾਹਿਬ ਤੋਂ ਚੱਲ ਕੇ ਗੋਇੰਦਵਾਲ ਸਾਹਿਬ ਪੁੱਜੇ। ਗੁਰੂ ਦਰਬਾਰ ਦੀ ਮਹਿਮਾ ਵੇਖ ਕੇ ਹੋਰ ਜ਼ਿਆਦਾ ਮਨ 'ਚ ਦਵੈਸ਼ ਦੀ ਅਗਨੀ ਪ੍ਰਚੰਡ ਹੋਈ। ਤਖਤ ਤੇ ਬੈਠਿਆਂ ਦੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਜਾ ਕੇ ਲੱਤ ਦਾ ਪ੍ਰਹਾਰ ਕੀਤਾ। ਸਾਹਿਬ ਜ਼ਮੀਨ ਤੇ ਪੁੰਜਿਆਂ ਡਿੱਗੇ ਔਰ ਬੜੀ ਨਿਮਰਤਾ ਨਾਲ ਬਾਬਾ ਜੀ ਦਾ ਚਰਨ ਪਕੜ ਕੇ ਆਖਿਆ, ਬਾਬਾ ਜੀ ਮੇਰੇ ਤਨ ਦੀਆਂ ਹੱਡੀਆਂ ਬੜੀਆਂ ਮਜ਼ਬੂਤ ਹੋ ਗਈਆਂ ਹਨ। ਬਿਰਧ ਅਵਸਥਾ ਹੋਣ ਕਰਕੇ ਆਪ ਜੀ ਦਾ ਚਰਨ ਕੂਲਾ ਤੇ ਕੋਮਲ ਹੈ, ਕਿਤੇ ਨਾ ਹੱਡੀਆਂ 'ਚ ਵੱਜ ਕੇ ਇਹਦੇ 'ਚ ਦਰਦ ਤਾਂ ਨਹੀਂ ਹੋਈ। ਤੁਸੀਂ ਭਲਾ ਕੀਤਾ ਹੈ, ਮੇਰਾ ਮਾਣ ਦੂਰ ਕੀਤਾ ਹੈ। ਸੇਵਾ ਦੱਸੋ? ਕਹਿਣ ਲੱਗੇ ਕੋਈ ਸੇਵਾ ਨਹੀਂ, ਇਹ ਨਗਰ ਸਾਡਾ ਹੈ, ਛੱਡ ਕੇ ਚਲੇ ਜਾਓ। ਸੰਗਤ ਵੀ ਬੜੀ ਹੈਰਾਨ ਸੀ ਕਿ ਇਹ ਕੀ ਖੇਡ ਵਰਤ ਰਹੀ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਰਾਤ ਦਾ ਸਮਾਂ ਆਪਣੇ ਸੁਖਾਸਣਾਂ ਤੇ ਆਏ ਹਨ। ਅੱਧੀ ਕੁ ਰਾਤ ਦਾ ਵੇਲਾ ਹੋਇਆ ਤੇ ਗਰੀਬ ਨਵਾਜ ਆਪਣੇ ਆਸਣ ਤੋਂ ਉੱਠੇ ਨੇ। ਆਓ ਮਹਾਨ ਤਿਆਗੀ ਸਤਿਗੁਰੂ ਜੀ, ਤਾਣ ਹੁੰਦੇ ਹੋਏ ਨਿਤਾਣਾ, ਮਾਣ ਹੁੰਦੇ ਹੋਏ ਨਿਮਾਣਾ, ਅਣਹੋਂਦਾ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਐਸੀ ਅਵਸਥਾ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਟਿਕੇ ਹੋਏ ਹਨ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਇਸ ਖੇਡ ਨੂੰ ਵੇਖ ਕੇ ਹੀ ਭੱਟਾਂ ਨੇ ਆਖਿਆ, ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਏਕ ਜਿਹੀ ਕਛ ਕਹੀ ਨਾ ਜਾਏ। ਹੇ ਗੁਰੂ ਅਮਰਦਾਸ ਸਾਹਿਬ, ਤੁਹਾਡੀ ਕਥਾ ਕਥਨ ਤੋਂ ਪਰੇ ਹੈ। ਸਾਡੇ ਸ਼ਬਦ ਮੁੱਕ ਜਾਂਦੇ ਹਨ। ਆਪਣੀ ਇੱਕ ਜ਼ੁਬਾਨ ਨਾਲ ਇੱਕ ਜੀਭਾ ਨਾਲ ਤੁਹਾਡੀ ਮਹਿਮਾ ਕਿੰਨੀ ਕੁ ਵਰਣਨ ਕਰਕੇ ਕਹੀਏ। ਨਿਮਾਣਿਆਂ ਦੇ ਮਾਣ ਸਤਿਗੁਰੂ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਅਮਰ ਵਿਚਾਰ ਕੈ ਕਲੈ ਬੁਰੀ ਬਹੁਮਾਨ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਵਿਚਾਰ ਕੀਤੀ ਕਿ ਹੁਣ ਕਲਹ ਜਿਹੜੀ ਹੁੰਦੀ ਹੈ ਇਹ ਬੁਰੀ ਹੁੰਦੀ, ਕਿ ਅਸੀਂ ਇੱਥੇ ਰਵਾਂਗੇ। ਬਾਬਾ ਦਾਤੂ ਜੀ ਵੀ ਇੱਥੇ ਨੇ, ਕਿਉਂਕਿ ਬਾਬੇ ਦਾਤੂ ਨੇ ਉੱਥੇ ਹੀ ਪੜਾਅ ਕਰ ਲਿਆ। ਇੱਥੇ ਲੜਾਈ ਹੋਵੇਗੀ, ਝਗੜਾ ਹੋਵੇਗਾ, ਵਿਵਾਦ ਹੋਵੇਗਾ।
ਇਹ ਜਾਣ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਵਿਚਾਰ ਕੀਤੇ। ਨਿਸਿਆਦੀ ਮੈਂ ਨਿਕਸ ਕਰ ਵਹਿਰ ਕੀਨ ਪ੍ਰਸਥਾਨ। ਅੱਧੀ ਰਾਤ ਦਾ ਸਮਾਂ ਸੀ, ਸਤਿਗੁਰੂ ਜੀ ਨੇ ਕਿਸੇ ਨੂੰ ਕੁਝ ਨਹੀਂ ਦੱਸਿਆ। ਇਕੱਲੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਸਣ ਤੋਂ ਉੱਠੇ ਹਨ ਔਰ ਸਹਿਜੇ ਸਹਿਜੇ ਚੱਲ ਪਏ ਨੇ ਵੀ ਗੁਰੂ ਘਰ 'ਚ ਕਲਹ ਨਾ ਹੋਵੇ। ਚਾਹੁੰਦੇ ਮਹਾਰਾਜ ਜੀ ਦੇ ਬੇਅੰਤ ਸੇਵਕ ਨੇ ਬਾਬਾ ਦਾਤੂ ਜੀ ਨੂੰ ਕਾਬੂ ਕਰਕੇ ਭੇਜਣਾ ਕੋਈ ਔਖੀ ਗੱਲ ਨਹੀਂ ਸੀ। ਗੁਰੂ ਘਰ ਦੀ ਮਰਜ਼ਾਦਾ ਸੀ, ਮਾਣ ਰੱਖਣਾ ਸੀ ਕਿ ਇੱਥੇ ਲੜਾਈ ਝਗੜਾ ਯੋਗ ਨਹੀਂ। ਬੜੀ ਹੈਰਾਨੀ ਹੋਈ ਆ, ਕੁਝ ਦਿਨ ਪਹਿਲਾਂ ਵੈਸੇ ਤਾਂ ਇਦਾਂ ਦੀਆਂ ਘਟਨਾਵਾਂ ਹੁਣ ਉਦਾਂ ਹੀ ਘਟਦੀਆਂ ਨਜ਼ਰ ਆਉਂਦੀਆਂ ਰਹਿੰਦੀਆਂ। ਇੱਧਰ ਫਰੀਦਕੋਟ ਦੇ ਇਲਾਕੇ ਵਿੱਚ ਇੱਕ ਗੁਰਦੁਆਰੇ ਵਿੱਚ ਗੁਰੂ ਘਰ ਵਿੱਚ ਪ੍ਰਧਾਨਗੀ ਦੀ ਚੌਧਰ ਵਾਸਤੇ ਮਹਾਰਾਜ ਜੀ ਦੇ ਦਰਬਾਰ ਵਿੱਚ ਇੱਕ ਦੂਜੇ ਦੀਆਂ ਪੱਗਾਂ ਲਾਹੁੰਦੇ ਫਿਰਦੇ ਸਨ। ਇਹ ਵਰਤਾਰਾ ਆ ਪਾਤਸ਼ਾਹ ਦੀ ਇਸ ਕਥਾ ਤੋਂ ਸੇਧ ਲੈਣ ਦੀ ਜ਼ਰੂਰਤ ਹੈ ਕਿ ਵੇਖੋ ਕਲਹ ਮਹਾਰਾਜ ਜੀ ਨੇ ਜਾਣੀ ਵੀ ਇੱਥੇ ਕਲਹ ਹੋਵੇਗੀ ਜੇ ਰਹਾਂਗੇ, ਝਗੜਾ ਹੋਵੇਗਾ, ਇੱਥੋਂ ਚਲੇ ਜਾਣਾ ਹੀ ਚੰਗਾ ਕਿ ਗੁਰੂ ਘਰ ਦੀ ਮਰਿਆਦਾ ਬਣੀ ਰਹੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਰਾਤ ਦਾ ਸਮਾਂ, ਅੱਧੀ ਰਾਤ ਦਾ ਵੇਲਾ, ਪਾਤਸ਼ਾਹ ਇੱਥੋਂ ਚੱਲ ਪਏ, ਗੋਇੰਦਵਾਲ ਸਾਹਿਬ ਤੋਂ ਚੱਲ ਪਏ। ਚੌਪਈ ਚਲੇ ਇਕਾਕੀ ਕਛੂ ਨ ਲੀਨਾ। ਇਕੱਲੇ ਗਏ, ਪਾਤਸ਼ਾਹ ਨੇ ਕੁਝ ਵੀ ਨਾਲ ਨਹੀਂ ਲਿਆ, ਨਾ ਕਿਸੇ ਸੇਵਾਦਾਰ ਨੂੰ ਨਾਲ ਲਿਆ, ਨਾ ਹੀ ਕੋਈ ਵਸਤੂ, ਨਾ ਕੋਈ ਪਦਾਰਥ, ਨਾ ਕੋਈ ਬਸਤਰ, ਕੁਝ ਵੀ ਨਾਲ ਨਹੀਂ ਲਿਆ, ਇਕੱਲੇ ਹੀ ਚੱਲ ਪਏ। ਬਿਨ ਪਦ ਤ੍ਰਾਨ ਪਿਆਨੋ ਕੀਨਾ। ਇੱਥੋਂ ਤੱਕ ਕਿ ਚਰਨਾਂ ਵਿੱਚ ਗੁਰਦੇਵ ਨੇ ਜੋੜਾ ਵੀ ਨਹੀਂ ਪਾਇਆ, ਨੰਗੇ ਪੈਰੀ ਜੋੜਾ ਵੀ ਤਿਆਗ ਕੇ, ਐ ਫਕੀਰਾਂ ਵਾਂਗੂ ਸਭ ਕੁਝ ਤਿਆਗ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਚੱਲ ਪਏ। ਬਾਸਰ ਕੀ ਨਗਰੀ ਤੇ ਉਰੇ। ਬਾਸਰ ਕੇ ਨਗਰ ਹੈ ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਸਥਾਨ ਹੈ। ਬਾਸਰ ਕੇ ਨਗਰੀ ਤੋਂ ਥੋੜਾ ਜਿਹਾ ਉਰਲੇ ਪਾਸੇ ਸੁੰਦਰ ਅਵਨੀ ਤਹਾਂ ਨਿਹਰੇ। ਉੱਥੇ ਜਾ ਕੇ ਗੁਰਦੇਵ ਨੇ ਇੱਕ ਸੋਹਣੀ ਜਗ੍ਹਾ ਵੇਖੀ, ਰਮਣੀਕ ਥਾਂ ਵੇਖਿਆ। ਤੀਨ ਪਾਲਕੂ ਕੋਸ਼ਟ ਹੀਰਾ। ਉੱਥੇ ਇੱਕ ਗਵਾਲਾ ਰਹਿੰਦਾ ਸੀ ਗਊਆਂ ਚਾਰਨ ਵਾਲਾ, ਉਹਦਾ ਇੱਕ ਕੋਠਾ ਸੀ ਕੱਚਾ ਬਣਿਆ ਹੋਇਆ ਮਿੱਟੀ ਦਾ। ਇਸ ਦਰ ਪਰ ਲਿਖ ਕੀਨ ਬਸੀਰਾ। ਪਾਤਸ਼ਾਹ ਉਸ ਗਵਾਲੇ ਦੇ ਉਸ ਕੋਠੇ ਦੇ ਵਿੱਚ ਪ੍ਰਵੇਸ਼ ਕਰ ਗਏ। ਕੋਠੇ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਉਸ ਕੋਠੇ ਦੇ ਦਰਵਾਜ਼ੇ ਦੇ ਉੱਤੇ ਪਾਤਸ਼ਾਹ ਨੇ 2 ਪੰਕਤੀਆਂ ਲਿਖੀਆਂ। ਇਸ ਦਰ ਜੋ ਨਰ ਕਰੇ ਉਪਾਰੇ। ਲਿਖਿਆ ਕਿ ਜਿਹੜਾ ਇਹ ਦਰਵਾਜ਼ਾ ਖੋਲੇਗਾ, ਉਪਾਰੇ ਦਾ ਮਤਲਬ ਹੁੰਦਾ ਵੀ ਇਹ ਦਰਵਾਜ਼ਾ ਜਿਹੜਾ ਆ ਕੇ ਖੋਲੇਗਾ, ਤਿਸ ਕੇ ਗੁਰ ਨੇ ਸਿੱਖ ਹਮਾਰੇ। ਉਹ ਸਾਡਾ ਸਿੱਖ ਨਹੀਂ, ਅਸੀਂ ਉਹਦੇ ਗੁਰੂ ਨਹੀਂ ਹੋਣਾ। ਜਿਹੜਾ ਵੀ ਇਹ ਦਰਵਾਜ਼ਾ ਖੋਲੇਗਾ ਉਹ ਸਾਡਾ ਸਿੱਖ ਨਹੀਂ, ਅਸੀਂ ਉਹਦੇ ਗੁਰੂ ਨਹੀਂ। ਲੋਕ ਪਰਲੋਕ ਦੋ ਨਹੀਂ ਖੋਵੇ। ਉਹਦਾ ਲੋਕ ਪਰਲੋਕ ਦੋਵੇਂ ਹੀ ਵਿਗੜ ਜਾਣਗੇ। ਪਾਤਸ਼ਾਹ ਕਹਿੰਦੇ ਉੱਤੇ ਲਿਖ ਦਿੱਤਾ ਕਮਰੇ ਦੇ ਉੱਤੇ, ਦਰਵਾਜ਼ੇ ਦੇ ਉੱਤੇ, ਜਿਹੜਾ ਦਰਵਾਜ਼ਾ ਖੋਲੇਗਾ ਉਹ ਸਾਡਾ ਸਿੱਖ ਨਹੀਂ, ਅਸੀਂ ਉਹਦੇ ਗੁਰੂ ਨਹੀਂ, ਔਰ ਉਹਦਾ ਲੋਕ ਪਰਲੋਕ ਦੋਵੇਂ ਹੀ ਵਿਗੜ ਜਾਣਗੇ। ਨਹੀਂ ਸਹਾਇਕ ਹਮ ਤਬ ਹੋਵੇ। ਉਹਦੀ ਸਹਾਇਤਾ ਨਾ ਅਸੀਂ ਇਸ ਲੋਕ ਵਿੱਚ ਕਰਾਂਗੇ ਤੇ ਨਾ ਹੀ ਪਰਲੋਕ ਵਿੱਚ ਉਹਦੇ ਮਦਦਗਾਰ ਹੋਵਾਂਗੇ, ਯਾਨੀ ਕਿ ਉਹਦੇ ਦੋਵੇਂ ਹੀ ਲੋਕ ਵਿਗੜ ਜਾਣਗੇ। ਜਿਣ ਦਰ ਕੋ ਲਿਖ ਕੈਸੋ ਪ੍ਰਵੇਸ਼ੀ। ਏਦਾਂ ਸਤਿਗੁਰੂ ਜੀ ਨੇ ਦਰਵਾਜ਼ੇ ਤੇ ਲਿਖ ਦਿੱਤਾ। ਲਿਖਣ ਤੋਂ ਬਾਅਦ ਦਰਵਾਜ਼ਾ ਬਾਹਰੋਂ ਚਣਵਾ ਕੇ ਪਾਤਸ਼ਾਹ ਜੀ ਅੰਦਰ ਪ੍ਰਵੇਸ਼ ਕਰ ਗਏ। ਪਦਮਾਸਨ ਕਰ ਸ੍ਰੀ ਗੁਰ ਬੈਸੇ। ਪਦਮ ਆਸਣ ਲਾ ਕੇ ਸਤਿਗੁਰੂ ਜੀ, ਜਿਹੜਾ ਇੱਕ ਸਹਿਜ ਪਦਮ ਆਸਣ ਹੁੰਦਾ ਹੈ, ਇੱਕ ਸਖਤ ਕਾਲੜਾ ਸਹਿਤ ਕੀਤਾ ਗਿਆ ਪਦਮ ਆਸਣ ਹੁੰਦਾ ਹੈ। ਪਾਤਸ਼ਾਹ ਜੀ ਜਿਹੜਾ ਸਹਿਜ ਪਦਮ ਆਸਣ ਹੈ, ਆ ਜਿਵੇਂ ਆਪ ਜੀ ਹੁਣ ਚੌਂਕੜੇ ਲਾ ਕੇ ਬੈਠੇ ਹੋ,
ਐਸੇ ਸਹਿਜ ਪਦਮ ਆਸਣ ਵਿੱਚ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਬੈਠ ਗਏ। ਛਪੇ ਤਾਨੇ ਜਾਣੇ ਕੋ, ਉਸ ਕਮਰੇ ਵਿੱਚ ਕੋਠੇ ਵਿੱਚ ਪਾਤਸ਼ਾਹ ਜੀ ਗੁਪਤ ਹੋ ਗਏ। ਬਾਹਰ ਕਿਸੇ ਸਿੱਖ ਨੂੰ ਨਹੀਂ ਪਤਾ, ਕਿਸੇ ਨੂੰ ਕੋਈ ਖਬਰ ਨਹੀਂ ਕਿ ਸਤਿਗੁਰੂ ਜੀ ਕਿੱਥੇ ਹਨ। ਨਿਜ ਸਰੂਪ ਮੈਂ ਥਿਤ ਬ੍ਰਿਤੀ ਹੋ, ਪਦਮ ਆਸਣ ਲਾ ਕੇ ਸਤਿਗੁਰੂ ਜੀ ਆਪਣੇ ਨਿਜਾ ਆਨੰਦ ਵਿੱਚ, ਆਤਮ ਸਵਰੂਪ ਵਿੱਚ, ਜੋ ਸਤਿਗੁਰਾਂ ਦਾ ਆਪਣਾ ਨਿਜ ਰੂਪ ਹੈ ਨਿਰਾਕਾਰ, ਉਸ ਰੂਪ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਾਧੀ ਲਾ ਕੇ ਸਥਿਤ ਹੋ ਕੇ ਬੈਠ ਗਏ ਹਨ। ਅਚਲ ਸਮਾਦ ਅਗਾਧ ਲਗੀ ਹੈ, ਅਚਲ ਜਿਹੜੀ ਕਦੇ ਚਲਾਏ ਮਾਨ ਨਾ ਹੋਵੇ, ਅਗਾਧ ਸਮਾਧੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲੱਗੀ ਹੈ। ਬ੍ਰਹਮ ਸਰੂਪ ਆਨੰਦ ਪਗੀ ਹੈ, ਜੋ ਬ੍ਰਹਮ ਸਰੂਪ ਹੈ ਜਿਹਦੇ ਵਿੱਚ ਆਨੰਦ ਹੀ ਆਨੰਦ ਹੈ, ਉਸ ਬ੍ਰਹਮਾ ਆਨੰਦ ਵਿੱਚ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਭਿੱਜ ਕੇ ਬੈਠੇ ਹਨ। ਪ੍ਰਾਤ ਪਈ ਗੁਰ ਨੇ ਤਹਿ ਪਾਏ, ਇੱਧਰ ਜਦੋਂ ਸਿੱਖਾਂ ਨੇ ਸਵੇਰ ਹੋਈ, ਦਿਨ ਚੜ੍ਹਿਆ, ਵੇਖਿਆ ਵੀ ਅੱਜ ਸਤਿਗੁਰੂ ਜੀ ਨਹੀਂ ਦਿਸਦੇ। ਭਾਈ ਬੱਲੂ ਜੀ ਸੇਵਾਦਾਰ ਸਨ, ਉਹ ਵੀ ਵੇਖਣ ਵੀ ਸਤਿਗੁਰੂ ਜੀ ਕਿੱਥੇ ਹਨ। ਅੱਜ ਅੰਮ੍ਰਿਤ ਵੇਲਾ ਹੋ ਗਿਆ, ਇਸ਼ਨਾਨ ਪਾਣ ਦਾ ਸਮਾਂ। ਜਦੋਂ ਵੇਖਿਆ ਤੇ ਸਤਿਗੁਰੂ ਜੀ ਆਪਣੇ ਆਸਣ ਤੇ ਨਜ਼ਰ ਨਹੀਂ ਆਏ। ਹੋ ਜਿਤੇ ਸਭ ਕਹਾਂ ਸਿਧਾਈ, ਨਗਰ ਵਿੱਚ ਵੇਖਣ ਲੱਗੇ, ਦਰਿਆ ਦੇ ਕੰਢੇ ਤੇ ਜਾ ਕੇ ਵੇਖਣ ਲੱਗੇ ਵੀ ਸਤਿਗੁਰੂ ਜੀ ਕਿੱਧਰ ਗਏ ਹਨ। ਇਤਿ ਉਤ ਦੇਖ ਰਹੀ ਨੈ ਪਾਇਓ, ਇੱਧਰ ਉੱਧਰ ਚੰਗੀ ਤਰ੍ਹਾਂ ਭਾਲ ਕੀਤੀ, ਲੱਭਿਆ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਤੇ ਨਜ਼ਰ ਨਹੀਂ ਆਏ। ਸੁਨ ਕਰ ਦਾਤੂ ਉਰਹਰ ਖਾਇਓ, ਇੱਧਰ ਬਾਬੇ ਦਾਤੂ ਨੂੰ ਪਤਾ ਲੱਗਾ ਵੀ ਗੁਰੂ ਅਮਰਦਾਸ ਜੀ ਕਿਤੇ ਚਲੇ ਗਏ ਨੇ, ਅਲੋਪ ਹੋ ਗਏ ਨੇ, ਤੇ ਬੜਾ ਖੁਸ਼ ਹੋਇਆ ਵੀ ਚਲੋ ਵਧੀਆ ਗੱਲ ਹੋ ਗਈ, ਹੁਣ ਤਾਂ ਮੈਂ ਹੀ ਗੁਰੂ ਹਾਂ, ਇੱਥੇ ਗੁਰੂ ਬਣ ਕੇ ਮੈਂ ਹੀ ਆਪਣੀ ਪੂਜਾ ਕਰਵਾਵਾਂਗਾ। ਬਾਬੇ ਦਾਤੂ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ। ਗੁਰ ਕੀ ਵਸਤ ਸਕਲ ਅਪਨਾਈ, ਗੁਰੂ ਘਰ ਦੀਆਂ ਜਿੰਨੀਆਂ ਵਸਤੂਆਂ ਸਨ, ਗੁਰੂ ਕੇ ਲੰਗਰਾਂ ਵਿੱਚ ਜਿੰਨੇ ਬਰਟੋਏ ਭਾਂਡੇ ਆਦਿਕ ਜੋ ਕੁਝ ਵੀ ਸੀ, ਉਹ ਸਾਰੀਆਂ ਵਸਤੂਆਂ ਤੇ ਬਾਬੇ ਦਾਤੂ ਨੇ ਆਪਣਾ ਦਾਅਵਾ ਕਰ ਦਿੱਤਾ ਵੀ ਇਹ ਸਭ ਕੁਝ ਹੁਣ ਮੇਰਾ ਹੈ। ਵਸਤਰ ਵਿਭੂਖਨ ਤਨ ਪਹਿਰਾਈ, ਜਿਹੜੇ ਕੋਈ ਵਸਤਰ ਗਹਿਣੇ ਪਏ ਹਾਜ਼ਰ ਆਏ ਸਨ, ਉਹ ਆਪਣੇ ਸਰੀਰ ਤੇ ਧਾਰਨ ਕਰ ਲਏ ਬਾਬੇ ਦਾਤੂ ਨੇ। ਗੁਰਤਾ ਗਾਦੀ ਬੈਠ ਸਜਾਈ, ਔਰ ਗੁਰਗੱਦੀ ਦੇ ਉੱਤੇ ਆਣ ਕੇ ਬਾਬਾ ਦਾਤੂ ਜੀ ਬੈਠ ਗਏ ਵੀ ਹੁਣ ਇਸ ਗੱਦੀ ਦਾ ਮਾਲਕ ਮੈਂ ਆ, ਇਹ ਗੁਰੂ ਘਰ ਵਿੱਚ ਜੋ ਕੁਝ ਹੈ ਇਹਦਾ ਮਾਲਕ ਮੈਂ ਹਾਂ, ਹੁਣ ਮੇਰਾ ਕਬਜ਼ਾ ਹੈ। ਤੋ ਬਾਬਾ ਦਾਤੂ ਜੀ ਬੜੇ ਸੋਹਣੇ ਗਹਿਣੇ ਪਾ ਕੇ, ਸਰੀਰ ਤੇ ਚੰਗੇ ਵਸਤਰ ਧਾਰਨ ਕਰਕੇ ਗੁਰਗੱਦੀ ਦੇ ਉੱਤੇ ਆਣ ਕੇ ਬੈਠ ਗਏ ਪੂਜਾ ਕਰਵਾਉਣ ਲਈ। ਕਰਤ ਪ੍ਰਤੀਖਨ ਕੋ ਚਲ ਆਈ, ਬੈਠ ਗਏ ਗੱਦੀ ਲਾ ਕੇ ਤੇ ਉਡੀਕਣ ਲੱਗੇ ਬਾਬਾ ਦਾਤੂ ਜੀ ਵੀ ਕੋਈ ਆਵੇਗਾ ਮੇਰੇ ਕੋਲ ਮੱਥਾ ਟੇਕਣ। ਉਡੀਕ ਕਰਨ ਲੱਗ ਪਏ ਵੀ ਕੋਈ ਆਵੇਗਾ ਤੇ ਆ ਕੇ ਮੈਨੂੰ ਪ੍ਰਣਾਮ ਕਰੇਗਾ। ਮੈਂ ਸੰਗਤ ਤਿਸ ਨਿਕਟ ਗਈ ਹੈ, ਪਰ ਸੰਗਤ ਨੇ ਕਿੱਥੇ ਜਾਣਾ ਸੀ ਬਾਬੇ ਦਾਤੂ ਵੱਲ, ਕੋਈ ਨਹੀਂ ਗਿਆ। ਬਾਬੇ ਦਾਤੂ ਤੇ ਸਭ ਦੇ ਮਨ 'ਚ ਰੋਸ ਸੀ। ਇਹ ਆਪਣੀ ਸੰਗਤ, ਆਪਣੇ ਜਿਹੜੇ 5-7 ਚੇਲੇ ਸਨ, ਉਹਨਾਂ ਨਾਲ ਬੈਠੇ ਰਹੇ ਬਾਬਾ ਦਾਤੂ ਜੀ। ਸੰਗਤ ਵਿੱਚੋਂ ਕੋਈ ਵੀ ਸੇਵਕ ਬਾਬੇ ਦਾਤੂ ਦੇ ਕੋਲ ਨਹੀਂ ਗਿਆ। ਕਰੀ ਅਵਗਿਆ ਕੁਪਤ ਪਈ ਹੈ, ਸਾਰੀ ਸੰਗਤ ਦੇ ਮਨ ਵਿੱਚ ਰੋਸ ਸੀ, ਇਹਨੇ ਗੁਰੂ ਅਮਰਦਾਸ ਸਾਹਿਬ ਦਾ ਨਿਰਾਦਰ ਕੀਤਾ, ਸਤਿਗੁਰਾਂ ਦੀ ਬੇਅਦਬੀ ਕੀਤੀ, ਅਸੀਂ ਨਹੀਂ ਇਹਨੂੰ ਜਾ ਕੇ ਮਿਲਣਾ, ਇਹਦੇ ਮੱਥੇ ਨਹੀਂ ਲੱਗਣਾ। ਦੇਖ ਦੂਰ ਤੇ ਇਤਿ ਉਤ ਹੋਏ, ਕਹਿੰਦੇ ਦੂਰੋਂ ਹੀ ਵੇਖ ਕੇ ਇੱਧਰ ਉੱਧਰ ਹੋ ਜਾਂਦੇ। ਜਦੋਂ ਕਿਤੇ ਕੋਈ ਲੰਘ ਕੇ ਆਉਂਦਾ ਵੀ ਨਾ, ਜਿੱਥੇ ਨੇ ਆਪਣੀ ਗੱਦੀ ਲਾ ਕੇ ਬੈਠੇ ਬਾਬਾ ਦਾਤੂ ਜੀ, ਜੇ ਕੋਈ ਸਿੱਖ ਇਸ ਪਾਸੇ ਆਉਂਦਾ ਤੇ ਉਹ ਦੂਰੋਂ ਹੀ ਵੇਖ ਕੇ ਟਾਲਾ ਵੱਟ ਕੇ ਲੰਘ ਜਾਂਦਾ ਹੈ। ਸਾਦਰ ਨਮਰ ਭਇਓ ਨੈ ਕੋਈ, ਕਿਸੇ ਨੇ ਆ ਕੇ ਸਤਿਕਾਰ ਨਾਲ ਬਾਬੇ ਦਾਤੂ ਨੂੰ ਨਮਸਕਾਰ ਨਹੀਂ ਕੀਤੀ। ਦੁਖੇ ਦੇਖ ਕਰ ਸਿੱਖ ਮਹਾਨੇ, ਸਗੋਂ ਬਾਬੇ ਦਾਤੂ ਨੂੰ ਗੱਦੀ ਲਾਇਆ ਵੇਖ ਕੇ ਸਿੱਖ ਦੁਖੀ ਹੋ ਰਹੇ ਨੇ। ਸਿੱਖਾਂ ਦੇ ਮਨ ਬੜੇ ਆਹਤ ਹੋ ਰਹੇ ਨੇ ਕਿ ਪਾਤਸ਼ਾਹ ਜੀ ਦੀ ਗੱਦੀ ਦੇ ਉੱਤੇ ਦਾਤੂ ਆ ਕੇ ਬੈਠ ਗਿਆ ਹੈ। ਕਿਆ ਇਨ ਕਰਿਓ ਲੋਭ ਉਰ ਠਾਨੇ, ਮਨ 'ਚ ਗੁਰਗੱਦੀ ਦਾ ਲੋਭ ਧਾਰਨ ਕਰਕੇ, ਪਦਾਰਥਾਂ ਦਾ ਲੋਭ ਧਾਰਨ ਕਰਕੇ ਨੇ ਕਿੱਡਾ ਮਾੜਾ ਕੰਮ ਕੀਤਾ।
ਇਹ ਕਿੱਡੀ ਖੋਟੀ ਕਰਤੂਤ ਬਾਬੇ ਦਾਤੂ ਨੇ ਕੀਤੀ ਹੈ। ਨਿਜ ਨਿਜ ਥਾਨ ਰਹੀ ਸਭ ਬੈਸੀ। ਕੋਈ ਸਿੱਖ ਨਹੀਂ ਆਇਆ ਬਾਬੇ ਦਾਤੂ ਕੋਲ ਚੱਲ ਕੇ। ਜਿੰਨੀ ਸੰਗਤ ਸੀ, ਜਿੰਨੇ ਸਿੱਖ ਸਨ, ਜਿੱਥੇ ਜਿੱਥੇ ਜਿਨ੍ਹਾਂ ਦੇ ਪੜਾਅ ਹਨ, ਉਹ ਉੱਥੇ ਹੀ ਬੈਠੇ ਰਹੇ। ਇਸ ਟਿਗ ਗਮਨਿਓ ਕੋਈ ਨਾ ਕੈਸੀ। ਕੋਈ ਇਹਦੇ ਕੋਲ ਨਹੀਂ ਚੱਲ ਕੇ ਆਇਆ, ਕਿਸੇ ਨੇ ਆ ਕੇ ਇਹਦੇ ਦਰਸ਼ਨ ਨਹੀਂ ਕੀਤੇ। ਇਕਲ ਬੈਠ ਬਹੁਤੀ ਅਕੁਲਾਇਓ। ਹੁਣ ਜਦੋਂ ਇਕੱਲਾ ਬੈਠਾ ਰਿਹਾ ਦਾਤੂ, ਕੋਈ ਆਇਆ ਹੀ ਨਹੀਂ, ਤੇ ਮਨ 'ਚ ਬੜਾ ਵਿਆਕੁਲ ਹੋ ਗਏ ਬਾਬਾ ਦਾਤੂ ਜੀ, ਬੇਬਲ ਹੋ ਗਏ। ਅਰ ਸੰਗਤ ਕੇ ਉਰਨੇ ਪਾਇਓ। ਫਿਰ ਮਨ 'ਚ ਇਹਨਾਂ ਨੇ ਸੋਚਿਆ ਵੀ ਸੰਗਤ ਨੂੰ ਮੈਂ ਪਸੰਦ ਨਹੀਂ ਹਾਂ, ਕਿ ਕੋਈ ਆਇਆ ਨਹੀਂ ਮੈਨੂੰ ਨਮਸਕਾਰ ਕਰਨ ਲਈ, ਕੋਈ ਮਿਲਣ ਵਾਸਤੇ ਨਹੀਂ ਆਇਆ। ਮਨ 'ਚ ਬੜੇ ਵਿਆਕੁਲ ਵੀ ਹੋਏ, ਕੁਝ ਸਮਾਂ ਤਾਂ ਉਡੀਕਦੇ ਰਹੇ। ਫਿਰ ਪਤਾ ਲੱਗ ਗਿਆ ਵੀ ਮੈਂ ਸੰਗਤ ਨੂੰ ਚੰਗਾ ਨਹੀਂ ਪਿਆ ਲੱਗਦਾ। ਪਇਓ ਉਦਾਸ ਵਸਤ ਸਭ ਲੀਨੀ। ਉਦਾਸ ਜੇ ਹੋ ਗਏ ਬਾਬਾ ਦਾਤੂ ਜੀ। ਜਿੰਨੀਆਂ ਵਸਤੂਆਂ ਸਨ ਉੱਥੇ ਪਈਆਂ ਹੋਈਆਂ, ਉਹ ਸਾਰੀਆਂ ਵਸਤੂਆਂ ਲੈ ਲਈਆਂ। ਬੀਸਰ ਲਾਤ ਸੋ ਤਿਆਰੀ ਕੀਨੀ। ਗੁਰੂ ਘਰ ਦਾ ਵੀ ਜਿਹੜਾ ਬਹੁਤ ਸਾਰਾ ਰਾਜ ਸਾਜ ਸੀ, ਉਹ ਗੱਡਿਆਂ ਦੇ ਉੱਤੇ ਲੱਦ ਲਿਆ। ਕਈ ਪ੍ਰਕਾਰ ਦੇ ਜਿਹੜੇ ਭਾਂਡੇ ਬਰਤਨ ਆਦਿਕ ਸਨ, ਰਸਤ ਬਸ ਤਾਂ ਉਨੀ ਕੁ ਹੁੰਦੀ ਸੀ ਜਿੰਨੀ ਕਿ ਇੱਕ ਦਿਨ 'ਚ ਖਰਚ ਹੋ ਜਾਏ। ਪਰ ਹਾਂ, ਜਿਹੜਾ ਹੋਰ ਰਾਜ ਸਾਜ ਹੁੰਦਾ ਗੁਰੂ ਘਰ ਦਾ, ਭਾਂਡੇ ਵਗੈਰਾ ਜਾਂ ਹੋਰ ਕਈ ਵਸਤੂਆਂ, ਉਹ ਬਾਬੇ ਦਾਤੂ ਨੇ ਆਖਿਆ ਇਹ ਸਭ ਕੁਝ ਮੇਰਾ ਹੈ। ਉਹ ਗੱਡਿਆਂ ਦੇ ਉੱਤੇ ਲਦਾ ਕੇ ਲੈ ਕੇ ਚੱਲਣ ਲੱਗੇ। ਸੰਧਿਆ ਸਮੇਂ ਚੱਲਿਓ ਦਿਸ਼ ਗ੍ਰਾਮੋ। ਸ਼ਾਮ ਜੇ ਦਾ ਵੇਲਾ ਸੀ, ਸੰਧਿਆ ਦਾ, ਥੋੜਾ ਥੋੜਾ ਹਨੇਰਾ ਪੈਣਾ ਸ਼ੁਰੂ ਹੋ ਗਿਆ ਸੀ। ਉਦੋਂ ਬਾਬਾ ਦਾਤੂ ਜੀ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਨੂੰ ਚੱਲੇ। ਕੁਛ ਸੇਵਕ ਸੰਗ ਜਾਏ ਸੋ ਤਾਮੋ। 5-4 ਚੇਲੇ ਚਾਟੜੇ ਹੋਣਗੇ ਨਾਲ, ਉਹ ਵੀ ਟੁਰੇ ਜਾ ਰਹੇ ਨੇ। ਮਗ ਮੈਂ ਨਿਸਾ ਪਈ ਤਮ ਛਾਇਓ। ਖਡੂਰ ਸਾਹਿਬ ਜਾਂਦਿਆਂ ਜਾਂਦਿਆਂ ਰਸਤੇ 'ਚ ਹਨੇਰਾ ਪੈ ਗਿਆ, ਬਹੁਤ ਜ਼ਿਆਦਾ ਹਨੇਰਾ ਵਰਤ ਗਿਆ। ਆਨ ਮਿਲੀ ਤਸਕਰ ਸਮੁਦਾਇਓ। ਇਹਨੇ ਨੂੰ ਕੀ ਹੋਇਆ ਵੀ ਕੁਝ ਚੋਰਾਂ ਦੀ ਧਾੜ ਆਈ, ਉਹ ਆ ਕੇ ਪੈ ਗਏ ਬਾਬੇ ਦਾਤੂ ਤੇ। ਰਾਤ ਹੋ ਗਈ, ਹਨੇਰਾ ਪੈ ਗਿਆ ਜਾਂਦਿਆਂ ਜਾਂਦਿਆਂ ਖਡੂਰ ਸਾਹਿਬ। ਹਨੇਰੇ ਦਾ ਫਾਇਦਾ ਉਠਾਉਂਦਿਆਂ ਬਹੁਤ ਸਾਰੇ ਚੋਰਾਂ ਦੀ ਇੱਕ ਧਾੜ ਜਿਹੜੀ ਸੀ, ਉਹ ਆਣ ਕੇ ਪੈ ਗਈ। ਬਾਜੇ ਦਾਸ ਲੂਟ ਸਭ ਲਇਓ। ਬਾਬੇ ਦਾਤੂ ਦੇ ਜਿਹੜੇ ਚੇਲੇ ਸਨ, ਉਹ ਸਭ ਤੋਂ ਪਹਿਲਾਂ ਭੱਜੇ। ਬਾਬਾ ਦਾਤੂ ਆਵਾਜ਼ ਮਾਰਦੇ ਉਹਨਾਂ ਨੂੰ, ਉਹ ਠਹਿਰੋ, ਕਹਿੰਦੇ ਨਾ ਜੀ ਅਸੀਂ ਆਪਣੀ ਜਾਨ ਬਚਾਉਣੀ। ਉਹ ਸਭ ਭੱਜ ਗਏ, ਇਕੱਲੇ ਬਾਬਾ ਦਾਤੂ ਜੀ ਰਹਿ ਗਏ। ਓਏ ਛੂਚ ਕਰ ਪਹੁੰਚਤ ਪਇਓ। ਚੋਰਾਂ ਨੇ ਆਖਿਆ ਜੇ ਤਾਂ ਆਪਣੀ ਜਿੰਦ ਬਚਾਣੀ ਹੈ ਤੇ ਸਭ ਕੁਝ ਅਸੀਂ ਲੈ ਚੱਲੇ ਆਂ, ਤੇ ਚੁੱਪਚਾਪ ਇੱਥੋਂ ਟੁਰ ਜਾ। ਬਾਬੇ ਦਾਤੂ ਦੇ ਸਰੀਰ ਤੇ ਪਾਏ ਜਿਹੜੇ ਗਹਿਣੇ ਸੀ, ਉਹ ਵੀ ਉਹਨਾਂ ਨੇ ਲਵਾ ਲਏ। ਉਹ ਹਾਲਾਂਕਿ ਬਾਬੇ ਦਾਤੂ ਦੇ ਆਪਣੇ ਸੀ, ਘਰੋਂ ਪਾ ਕੇ ਆਏ ਸਨ, ਉਹ ਵੀ ਲੈ ਲਏ। ਬਾਕੀ ਜਿੰਨਾ ਰਾਗ ਸਾਜ ਗੁਰੂ ਘਰੋਂ ਲਿਆਂਦਾ ਸੀ, ਉਹ ਵੀ ਚੋਰ ਜਿਹੜੇ ਸਨ ਧਾੜ ਵੀ ਲੁੱਟ ਕੇ ਲੈ ਗਏ। ਘਰ ਕੇ ਬਸਤਰ ਵਿਭੂਖਨ ਖੋਏ। ਗੁਰੂ ਘਰ ਵਾਲੀਆਂ ਵਸਤੂਆਂ ਤਾਂ ਲੈ ਹੀ ਗਏ, ਜਿਹੜੇ ਇਹਦੇ ਆਪਣੀਆਂ ਵਸਤੂਆਂ ਸੀ, ਬਾਬੇ ਦਾਤੂ ਦੀਆਂ ਆਪਣੇ ਗੱਡੇ ਸਨ ਜਾਂ ਜਿਹੜੇ ਆਪਣੇ ਗਹਿਣੇ ਜਾਂ ਬਸਤਰ ਸਨ, ਉਹ ਵੀ ਲੈ ਗਏ। ਹਤੀ ਲਾਤ ਤਿਸ ਮੈਂ ਦੁੱਖ ਹੋਏ। ਬੜਾ ਪਰੇਸ਼ਾਨ ਹੋਇਆ ਵੀ ਮੈਂ ਤਾਂ ਗੁਰੂ ਘਰ ਦੀਆਂ ਵਸਤੂਆਂ ਲਿਆਇਆ ਸੀ, ਮੈਂ ਆਪਣਾ ਵੀ ਸਭ ਕੁਝ ਜਾਂਦਾ ਰਿਹਾ। ਦਰਦ ਤਾਂ ਨਹੀਂ ਹੋਈ, ਉਸੇ ਵੇਲੇ ਉਸ ਲੱਤ ਦੇ ਵਿੱਚ ਤਰਾਟ ਪੈਣੀ ਸ਼ੁਰੂ ਹੋ ਗਈ ਸੀ ਦਰਦ ਨਾਲ। ਲੱਤ 'ਚ ਬਹੁਤ ਜ਼ਿਆਦਾ ਦੁੱਖ ਹੈ, ਲੱਤ ਵਿੱਚ ਬਹੁਤ ਜ਼ਿਆਦਾ ਦਰਦ ਬਾਬੇ ਦਾਤੂ ਦੇ ਹੋ ਰਹੀ ਹੈ ਤੇ ਘਰ ਨੂੰ ਜਾ ਰਹੇ ਨੇ। ਘਰ ਮੈਂ ਬੈਠ ਬਿਸੂਰਿਓ ਫੇਰ। ਪੈਦਲ ਜਾਣਾ ਪਿਆ, ਜੋ ਕੁਝ ਸੀ ਸਾਰਾ ਕੁਝ ਖੋਇਆ ਗਿਆ। ਪੈਰਾਂ 'ਚੋਂ ਅਗਲਿਆਂ ਨੇ ਜੁੱਤੀ ਤੱਕ ਵੀ ਲਵਾ ਲਈ, ਜੋੜਾ ਵੀ ਪੈਰਾਂ ਵਿੱਚੋਂ ਲਵਾ ਲਿਆ ਵੀ ਨੰਗੇ ਪੈਰੀਂ ਜਾ ਖਿਸਕ ਕੇ। ਬਾਬਾ ਦਾਤੂ ਜੀ ਖਡੂਰ ਸਾਹਿਬ ਆਏ, ਬੜੇ ਲਜਾਏ ਮਾਨ ਵੀ ਨੇ, ਸ਼ਰਮਿੰਦਾ ਵੀ ਨੇ ਵੀ ਮੈਂ ਮਾੜਾ ਕੰਮ ਕੀਤਾ, ਕਿਉਂਕਿ ਅੰਤਸ਼ਕਰਨ ਵਿੱਚ ਤਾਂ ਸ਼ੁੱਧੀ ਸੀ ਨਾ। ਸ਼ੁੱਧ ਅੰਤਸ਼ਕਰਨ ਵਾਲੇ ਕੋਲੋਂ ਜੇ ਕੋਈ ਭੁੱਲ ਹੋ ਜਾਏ ਨਾ, ਉਹਦੇ ਹਿਰਦੇ ਵਿੱਚ ਪਛਤਾਵਾ ਹੁੰਦਾ। ਜਿਹਦਾ ਮਲੀਨ ਅੰਤਸ਼ਕਰਨ ਹੁੰਦਾ, ਉਹ ਜਿੰਨੀਆਂ ਮਰਜ਼ੀ ਭੁੱਲਾਂ ਕਰੀ ਜੇ ਉਹਨੂੰ ਕੋਈ ਪਰਵਾਹ ਨਹੀਂ ਹੁੰਦੀ, ਉਹਨੂੰ ਕੋਈ ਪਛਤਾਵਾ ਨਹੀਂ ਹੁੰਦਾ।
ਪਰ ਜਿਸ ਦਾ ਅੰਤਸ਼ਕਰਨ ਸ਼ੁੱਧ ਹੋਵੇ ਉਹਨੂੰ ਪਛਤਾਵਾ ਹੁੰਦਾ। ਬਾਬਾ ਦਾਤੂ ਜੀ ਮਨ 'ਚ ਬਹੁਤ ਜ਼ਿਆਦਾ ਪਛਤਾਉਂਦੇ ਵੀ ਮੇਰੇ ਕੋਲੋਂ ਮਾੜਾ ਕਰਮ ਹੋਇਆ, ਕੁਸੰਗੀਆਂ ਦੇ ਸੰਗ ਕਰਕੇ, ਉਹਨਾਂ ਦੇ ਕਹਿਣ ਕਰਕੇ ਮੈਂ ਗੁਰੂ ਸਾਹਿਬ ਦਾ ਨਿਰਾਦਰ ਕੀਤਾ, ਤਦੇ ਮੇਰੀ ਇਹ ਹਾਲਤ ਹੋਈ। ਲੱਤ ਵਿੱਚ ਪੀੜ ਬਹੁਤ ਜ਼ਿਆਦਾ ਸੀ, ਲੱਤ ਵਿੱਚ ਇੱਕਦਮ ਚੀਸ ਉੱਠਦੀ ਸੀ ਜਿਵੇਂ ਜਿੰਦ ਨਿਕਲ ਜਾਵੇ। ਮੈਂ ਕੁਕਰਮ ਕਿਆ ਕੀਨ ਬਡੇਰ, ਸੋਚਦੇ ਨੇ ਮੈਂ ਬੜਾ ਮਾੜਾ ਕੁਕਰਮ ਕੀਤਾ, ਇਹ ਬੜਾ ਵੱਡਾ ਕੁਕਰਮ ਸੀ ਜੋ ਮੈਂ ਕੀਤਾ। ਗਇਓ ਦਰਬ ਕੋ ਘਰ ਤੇ ਖੋਇਓ, ਜਿਹੜਾ ਗੁਰੂ ਘਰੋਂ ਲਿਆਇਆ ਸੀ ਉਹ ਤਾਂ ਗਿਆ ਹੀ, ਜਿਹੜਾ ਆਪਣੇ ਘਰ ਦਾ ਸੀ ਉਹ ਵੀ ਗਵਾ ਆਇਆ ਹਾਂ, ਸਭ ਕੁਝ ਆਪਣਾ ਖਵਾ ਆਇਆ ਹਾਂ। ਅਤੇ ਲਾਤ ਤੇ ਰੁਜਬੋ ਹੋਇਓ, ਫਿਰ ਜਿਹੜੀ ਲੱਤ ਮਾਰੀ ਸਾਹਿਬ ਜੀ ਨੂੰ ਉਹਦੇ ਵਿੱਚ ਰੋਗ ਲੱਗ ਗਿਆ, ਉਹਦੇ 'ਚ ਦਰਦ ਹੋ ਰਹੀ ਹੈ, ਕੱਲ ਦੀ ਭਿਆਨਕ ਪੀੜਾ ਹੋ ਰਹੀ ਹੈ। ਲੱਜਿਤ ਹੋਏ ਪਰਵੇਸ਼ਿਓ ਘਰ ਮਾਈ, ਬੜੇ ਸ਼ਰਮਿੰਦਾ ਨੇ ਬਾਬਾ ਦਾਤੂ ਜੀ, ਬੜੇ ਹੀ ਜ਼ਿਆਦਾ ਲੱਜਤ ਨੇ, ਔਰ ਆਪਣੇ ਘਰ ਵਿੱਚ ਆ ਕੇ ਪ੍ਰਵੇਸ਼ ਕਰ ਗਏ। ਮੋਹਰ ਗਰਭ ਕਰ ਨਿਕਸਿਓ ਨਾਈ, ਮੁੜ ਕੇ ਨਹੀਂ ਫਿਰ ਬਾਬਾ ਦਾਤੂ ਜੀ ਹੰਕਾਰ ਵਿੱਚ ਆ ਕੇ ਬਾਹਰ ਆਏ। ਪਛਤਾਉਂਦੇ ਰਹੇ, ਅੱਗੇ ਕਥਾ ਆਵੇਗੀ। ਜਦੋਂ ਪੰਜਵੇਂ ਪਾਤਸ਼ਾਹ ਆਏ ਨਾ ਗੋਇੰਦਵਾਲ ਸਾਹਿਬ ਗੁਰਤਾ ਗੱਦੀ ਪ੍ਰਾਪਤ ਕਰਨ ਤੋਂ ਬਾਅਦ, ਖਡੂਰ ਸਾਹਿਬ ਮਹਾਰਾਜ ਜੀ ਟਿਕੇ ਤੇ ਬਾਬੇ ਦਾਤੂ ਨੇ ਗੁਰੂ ਚਰਨਾਂ 'ਚ ਆ ਕੇ ਪ੍ਰਣਾਮ ਕੀਤੇ। ਦਰਦ ਨਾਲ ਬੜੀ ਭਿਆਨਕ ਪੀੜਾ ਨਾਲ ਬੇਬਲ ਸਨ। ਮਹਾਰਾਜ ਜੀ ਮੇਰੇ ਕੋਲੋਂ ਭੁੱਲ ਹੋਈ, ਮੈਂ ਉਦੋਂ ਨਹੀਂ ਗਿਆ ਹੰਕਾਰ ਕਰਕੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ 'ਚ, ਭੁੱਲ ਬਖਸ਼ਾਣ ਤੁਹਾਡੇ ਅੱਗੇ ਬੇਨਤੀ ਕਰਦਾ, ਤੁਸੀਂ ਵੀ ਉਹਨਾਂ ਦਾ ਰੂਪ ਹੋ, ਮੈਨੂੰ ਇਸ ਪੀੜਾ ਤੋਂ ਮੁਕਤ ਕਰੋ। ਤੋ ਫਿਰ ਪੰਜਵੇਂ ਪਾਤਸ਼ਾਹ ਨੇ ਉਦੋਂ ਉਹਨਾਂ ਤੇ ਤਰਸ ਕੀਤਾ ਸੀ। ਉਹ ਕਥਾ ਅੱਗੇ ਪ੍ਰਸੰਗਾਂ ਵਿੱਚ ਪੰਜਵੇਂ ਪਾਤਸ਼ਾਹ ਦੇ ਇਤਿਹਾਸ ਵਿੱਚ ਆਵੇਗੀ। ਤੋ ਗਰੀਬ ਨਵਾਜ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦਾ ਨਿਰਾਦਰ ਕਰਨੇ ਕਰਕੇ ਬਾਬੇ ਦਾਤੂ ਦੇ ਮਨ 'ਚ ਪਛਤਾਵਾ ਹੈ, ਮੁੜ ਕੇ ਕਦੇ ਹੰਕਾਰ ਵਿੱਚ ਆ ਕੇ ਆਪਣੇ ਘਰੋਂ ਬਾਹਰ ਨਹੀਂ ਨਿਕਲੇ, ਨਾ ਹੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਜਾ ਕੇ ਮਿਲੇ। ਸ਼ੋਕ ਵਿਖੇ ਵਿਆਕੁਲ ਬੋ ਰਹਿਓ, ਰਾਤ ਦਿਨ ਮਨ ਵਿੱਚ ਬੜਾ ਸ਼ੋਕ ਰਹਿੰਦਾ ਹੈ। ਇੱਕ ਤਾਂ ਲੱਤ ਦੀ ਪੀੜ ਹੈ, ਦੂਜਾ ਸੰਗਤ ਵਿੱਚ ਵੀ ਬਾਬੇ ਦਾਤੂ ਦੀ ਆਪਜਸ ਹੋ ਰਿਹਾ ਹੈ। ਲੋਕ ਕਹਿ ਰਹੇ ਨੇ ਬਾਬੇ ਦਾਤੂ ਨੇ ਸਹੀ ਨਹੀਂ ਕੀਤਾ। ਆਪਣੋ ਖੋਟ ਨ ਕੈਸੋ ਕਹਿਓ, ਆਪਣੀ ਖੋਟ ਕਿਸੇ ਨੂੰ ਦੱਸਦੇ ਨਹੀਂ। ਬਾਬਾ ਦਾਤੂ ਜੀ ਇਹ ਵੀ ਨਹੀਂ ਦੱਸਦੇ ਵੀ ਮੇਰੀ ਲੱਤ 'ਚ ਪੀੜ ਹੁੰਦੀ ਹੈ, ਦਰਦ ਹੁੰਦੀ ਹੈ, ਪਰ ਦੱਸਦੇ ਨਹੀਂ ਕਿਸੇ ਨੂੰ ਵੀ ਜੇ ਦੱਸਾਂਗਾ ਤੇ ਮੇਰੀ ਹੇਠੀ ਹੋਵੇਗੀ, ਆਖਣਗੇ ਇਹਨੂੰ ਸਜ਼ਾ ਮਿਲੀ ਹੈ। ਤੋ ਇਸ ਕਰਕੇ ਆਪਣੀ ਗੱਲ ਕਿਤੇ ਪ੍ਰਗਟ ਕਰਕੇ ਨਹੀਂ ਦੱਸਦੇ। ਗੋਇੰਦਵਾਲ ਮਿਲੀ ਸਿੱਖ ਸਾਰੀ, ਇਹ ਤੇ ਸੀ ਬਾਬੇ ਦਾਤੂ ਦੀ ਹਾਲਤ। ਹੁਣ ਉਧਰ ਗੁਰਸਿੱਖਾਂ ਦੀ ਹਾਲਤ ਸੁਣੋ, ਜਿਹੜੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਿਰਾਜਮਾਨ ਨੇ। ਗੁਰੂ ਅਮਰਦਾਸ ਸਾਹਿਬ ਜੀ ਦੇ ਟੁਰ ਗਿਆ, ਇਧਰ ਬਾਬਾ ਦਾਤੂ ਜੀ ਵੀ ਜਦੋਂ ਚਲੇ ਗਏ ਤੇ ਸਿੱਖ ਹੁਣ ਗੁਰੂ ਸਾਹਿਬ ਦੀ ਭਾਲ ਕਰ ਰਹੇ ਨੇ ਕਿ ਸਤਿਗੁਰੂ ਜੀ ਦੇ ਦਰਸ਼ਨ ਕਿੱਥੇ ਹੋਣ। ਲਾਏ ਦੀਵਾਨ ਵਿਚਾਰ ਵਿਚਾਰੇ, ਸੰਗਤ ਸਾਰੀ ਇਕੱਠੀ ਹੋ ਕੇ ਦੀਵਾਨ ਲਾ ਕੇ ਵਿਚਾਰ ਕਰਦੀ ਹੈ। ਗੁਰ ਬਿਨ ਵਿਆਕੁਲ ਬਹੁ ਮੁਰਝਾਏ, ਕਹਿੰਦੇ ਸਤਿਗੁਰੂ ਜੀ ਤੋਂ ਬਿਨਾਂ ਸੰਗਤ ਇਉਂ ਵਿਆਕੁਲ ਹੈ ਜਿਵੇਂ ਚਿਹਰੇ ਮੁਰਝਾਏ ਹੋਏ ਨੇ ਸਾਰਿਆਂ ਦੇ। ਬਿਨ ਸੂਰਜ ਪੰਕਜ ਸਮੁਦਾਏ, ਏਦਾਂ ਸਭ ਦੇ ਚਿਹਰੇ ਮੁਰਝਾਏ ਨੇ ਜਿਵੇਂ ਕਮਲ ਦੇ ਫੁੱਲ ਸੂਰਜ ਤੋਂ ਬਿਨਾਂ ਮੁਰਝਾਉਂਦਾ। ਕਮਲ ਦੇ ਫੁੱਲਾਂ ਦਾ ਬਗੀਚਾ ਮੁਰਝਾ ਜਾਂਦਾ ਨਾ ਸੂਰਜ ਤੋਂ ਬਿਨਾਂ, ਏਦਾਂ ਸਤਿਗੁਰੂ ਜੀ ਰੂਪੀ ਸੂਰਜ ਤੋਂ ਬਿਨਾਂ ਗੁਰਸਿੱਖਾਂ ਦੇ ਕਮਲ ਜੈਸੇ ਮੁਖੜੇ ਉਹ ਮੁਰਝਾਏ ਹੋਏ ਹਨ। ਜਿਮ ਨਰੇਸ਼ ਬਿਨ ਸੈਨ ਦੁਖਾਰੀ, ਜਿਵੇਂ ਰਾਜੇ ਬਿਨਾਂ ਸੈਨਾ ਦੁਖੀ ਹੁੰਦੀ ਹੈ। ਜਿਮ ਸੁਰ ਪਤ ਬਿਨ ਸੁਰ ਦੁਖ ਭਾਰੀ, ਜਿਵੇਂ ਰਾਜੇ ਇੰਦਰ ਤੋਂ ਬਿਨਾਂ ਸਾਰੇ ਦੇਵਤੇ ਦੁਖੀ ਹੁੰਦੇ ਨੇ। ਜਥਾ ਪੰਖ ਬਿਨ ਹੋਈ ਬਿਹੰਗਾ, ਜਿਵੇਂ ਖੰਭਾਂ ਤੋਂ ਬਿਨਾਂ ਪੰਛੀ ਦੁਖੀ ਹੁੰਦਾ, ਖੰਭ ਨਾ ਹੋਣ ਤੇ ਪੰਛੀ ਦੁਖੀ ਹੁੰਦਾ। ਜਿਮ ਪਤ ਬਿਨ ਇਸਤਰੀ ਸਰਬੰਗਾ, ਜਿਵੇਂ ਪਤੀ ਦੇ ਵਿਛੋੜੇ 'ਚ ਪਤੀ ਤੋਂ ਬਿਨਾਂ ਇਸਤਰੀ ਦੁਖੀ ਹੁੰਦੀ ਹੈ। ਬਿਨਾ ਨੀਰ ਜਿਮ
ਤਰੁ ਸ਼ੁਸ਼ਕੰਤੇ। ਜਿਵੇਂ ਪਾਣੀ ਤੋਂ ਬਿਨਾਂ ਦਰਖਤ ਸੁੱਕ ਜਾਂਦੇ ਨੇ, ਕੁਮਲਾ ਜਾਂਦੇ ਨੇ, ਤਥਾ ਸਿੱਖ ਦੁਖ ਬਿਖੇ ਤਪੰਤੇ। ਇਦਾਂ ਸਤਿਗੁਰੂ ਜੀ ਤੋਂ ਬਿਨਾਂ, ਗੁਰੂ ਕੇ ਸਿੱਖ ਸਤਿਗੁਰਾਂ ਦੇ ਦਰਸ਼ਨਾਂ ਤੋਂ ਬਿਨਾਂ ਤੜਫ ਰਹੇ ਨੇ। ਗੁਰੂ ਪਾਤਸ਼ਾਹ ਦੇ ਦਰਸ਼ਨਾਂ ਤੋਂ ਬਿਨਾਂ ਬੇਬਲ ਹੋ ਰਹੇ ਹਨ। ਆਪੇ ਆਪਣੀ ਬੁੱਧੀ ਅਨੁਸਾਰੇ। ਉਹ ਜਿੰਨੇ ਸਿੱਖ ਨੇ ਸੈਂਕੜਿਆਂ ਦੀ ਗਿਣਤੀ 'ਚ ਆਪੋ ਆਪਣੀ ਬੁੱਧੀ ਦੇ ਅਨੁਸਾਰ ਵਿਚਾਰ ਕਰਦੇ ਨੇ, ਜਿੰਨਾ ਕਿਸੇ ਦੇ ਦਿਮਾਗ ਵਿੱਚ, ਕਿਉਂਕਿ ਪਰਮੇਸ਼ਰ ਨੇ ਜਿੰਨੀ ਕਿਸੇ ਨੂੰ ਬੁੱਧੀ ਦਿੱਤੀ ਆ ਉਨੀ ਕੋ ਗੱਲ ਕਰਦਾ, ਉਨੀ ਕੋ ਦੇ ਅੰਦਰ ਵਿਚਾਰ ਫੁਰਦੀ ਹੈ। ਇਹ ਦਾਤ ਹੈ ਅਕਾਲ ਪੁਰਖ ਦੀ, ਨਿਰੰਕਾਰ ਦੀ। ਗੁਰੂ ਖਾਲਸਾ ਜੀ ਇੱਕੋ ਕਲਾਸ ਵਿੱਚ 50 ਬੱਚੇ ਪੜ੍ਹਦੇ ਐ, ਪੜ੍ਹਾਉਣ ਵਾਲਾ ਅਧਿਆਪਕ ਇੱਕ, ਸਬਜੈਕਟ ਇੱਕ, ਕਿਤਾਬਾਂ ਇੱਕ, ਆਲਾ ਦੁਆਲਾ ਵਾਤਾਵਰਣ ਇੱਕ ਦੇ ਬੱਚੇ ਦੀ ਸੁਰਤ ਇਹੋ ਜੀ ਹੁੰਦੀ ਹੈ ਵੀ ਉਹ ਪਲਾਂ ਵਿੱਚ ਹੀ ਸਭ ਕੁਝ ਪੜ੍ਹ ਲੈਂਦਾ, ਦੂਜੇ ਰੱਟਾ ਲਾਉਂਦੇ ਰਹਿ ਜਾਂਦੇ ਹਨ। ਇਹ ਤਾਂ ਨਿਰੰਕਾਰ ਦੀ ਖੇਡ ਹੈ ਨਾ, ਵੀ ਉਹਨੇ ਕਿੰਨੀ ਕੁ ਕਿਸੇ ਨੂੰ ਸੁਰਤ ਪ੍ਰਦਾਨ ਕਰਨੀ ਹੈ। ਜੈਸੀ ਮਤ ਦੇ ਤੈਸਾ ਪ੍ਰਗਾਸ। ਕਲਗੀਧਰ ਜੀ ਦੇ ਵੀ ਬਚਨ ਆਪਾਂ ਰੋਜ਼ ਪੜ੍ਹਦੇ। ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹਿ ਤੇਤੀ, ਤੁਮਰਾ ਲਹਾ ਨ ਜਾਹੇ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰ। ਆਪੋ ਆਪਣੀ ਬੁੱਧੀ ਦੇ ਅਨੁਸਾਰ। ਹੁਣ ਇਹ ਜਿੰਨੇ ਸਿੱਖ ਨੇ ਸਭ ਆਪੋ ਆਪਣੀ ਬੁੱਧੀ ਦੇ ਅਨੁਸਾਰ ਵਿਚਾਰ ਕਰਦੇ ਤੇ ਗੱਲਾਂ ਕਰਦੇ ਹਨ। ਹਿਰਦੇ ਵਿਚਾਰਤ ਬਾਕੀ ਉਚਾਰੇ। ਹਿਰਦੇ 'ਚ ਵਿਚਾਰ ਕਰਕੇ ਗੱਲ ਕਰਦੇ ਕਹਿੰਦੇ ਹਨ। ਸਤਿਗੁਰ ਹੋਏ ਅੰਤਰ ਧਿਆਨ। ਕਹਿੰਦੇ ਕਈ ਕਹਿੰਦੇ ਸਿੱਖ ਕਹਿੰਦੇ ਸਤਿਗੁਰੂ ਜੀ ਅੰਤਰ ਧਿਆਨ ਹੋ ਗਏ। ਸ੍ਰੀ ਗੁਰੂ ਅਮਰਦਾਸ ਸਾਹਿਬ ਅੰਤਰ ਧਿਆਨ ਹੋ ਗਏ ਨੇ। ਪਹੁੰਚੇ ਆਪਨ ਬੈਕੁੰਠ ਸਥਾਨ। ਜਿਵੇਂ ਗੁਰੂ ਨਾਨਕ ਸਾਹਿਬ ਹੋਏ ਸੀ, ਜਦੋਂ ਝਗੜਾ ਹੋ ਗਿਆ ਸੀ ਨਾ ਕਰਤਾਰਪੁਰ ਸਾਹਿਬ, ਤੇ ਗੁਰੂ ਨਾਨਕ ਸਾਹਿਬ ਵੀ ਅੰਤਰ ਧਿਆਨ ਹੋ ਗਏ। ਗੁਰੂ ਅਮਰਦਾਸ ਸਾਹਿਬ ਜੀ ਵੀ ਇਸੇ ਤਰ੍ਹਾਂ ਅੰਤਰ ਧਿਆਨ ਹੋ ਗਏ ਨੇ। ਜਦੋਂ ਆ ਕੇ ਬਾਬੇ ਦਾਤੂ ਨੇ ਝਗੜਾ ਕੀਤਾ, ਤਦੇ ਸਤਿਗੁਰੂ ਅੰਤਰ ਧਿਆਨ ਹੋ ਕੇ ਆਪਣੇ ਥਾਂ ਚਲੇ ਗਏ ਨੇ, ਵਾਪਸ ਸੱਚਖੰਡ ਚਲੇ ਗਏ ਨੇ। ਗੁਰ ਅੰਗਦ ਸੁਤ ਕੀ ਰਿਸ ਦੇਖ। ਕਿਉਂਕਿ ਗੁਰੂ ਅੰਗਦ ਸਾਹਿਬ ਦੇ ਸਪੁੱਤਰ ਬਾਬੇ ਦਾਤੂ ਨੇ ਬੜਾ ਗੁੱਸਾ ਕੀਤਾ। ਉਹਨਾਂ ਦਾ ਰਿਸ ਵੇਖ ਕੇ ਗੁਰੂ ਅਮਰਦਾਸ ਜੀ ਚਲੇ ਗਏ ਨੇ। ਤਿਆਗਿਓ ਤੁਰਤ ਸਮਾਜ ਅਸ਼ੇਖ। ਉਹਨਾਂ ਨੇ ਸਭ ਕੁਝ ਛੱਡ ਦਿੱਤਾ। ਇਹ ਘਰ ਆਦਿਕ ਤਿਆਗ ਕੇ ਸਰੀਰ ਸਮੇਤ ਅੰਤਰ ਧਿਆਨ ਹੋ ਗਏ ਨੇ, ਸੱਚਖੰਡ ਚਲੇ ਗਏ ਨੇ। ਰਹਿਨ ਚਲਨ ਤਿਨ ਏਕ ਸਮਾਨ। ਕਿਉਂਕਿ ਗੁਰੂ ਪਾਤਸ਼ਾਹ ਵਾਸਤੇ ਰਹਿਣਾ ਤੇ ਚੱਲਣਾ ਇੱਕ ਸਮਾਨ ਹੈ। ਉਹਨਾਂ ਦੀ ਆਪਣੀ ਮਰਜ਼ੀ ਹੈ, ਜਦੋਂ ਮਰਜ਼ੀ ਜਾ ਸਕਦੇ ਨੇ, ਜਦੋਂ ਮਰਜ਼ੀ ਆ ਸਕਦੇ ਨੇ। ਸਿੱਖਨ ਹਿਤ ਹੁਤੇ ਇਸ ਥਾਨ। ਉਹ ਤਾਂ ਸਾਡੇ ਵਰਗੇ ਜੀਵਾਂ ਦੇ ਭਲੇ ਵਾਸਤੇ ਬੈਠੇ ਸਨ ਇੱਥੇ, ਸਾਡੀ ਕਲਿਆਣ ਵਾਸਤੇ ਦਰਸ਼ਨ ਦੇ ਰਹੇ ਸਨ। ਕੀ ਚਿਤ ਕਈ ਗਏ ਬਨ ਮਾਈ। ਕਈ ਕਹਿੰਦੇ ਨਹੀਂ ਨਹੀਂ, ਸਤਿਗੁਰੂ ਜੀ ਜਾਪਦਾ ਜੰਗਲ 'ਚ ਕਿਤੇ ਦੂਰ ਗੁਪਤ ਚਲੇ ਗਏ। ਉਹ ਜੰਗਲ ਵਿੱਚ, ਉਦਿਆਨ ਵਿੱਚ ਕਿਤੇ ਗੁਪਤ ਹੋ ਗਏ ਨੇ। ਕਲੈ ਸਈ ਦਾਤੂ ਕੀ ਨਾਈ। ਉਹਨਾਂ ਆਖਿਆ ਬਾਬੇ ਦਾਤੂ ਨਾਲ ਕਾਹਦਾ ਝਗੜਾ ਕਰਨਾ, ਜੇ ਉਹਨੇ ਨਗਰ ਦਾ ਮਾਲਕ ਬਣਨਾ ਤੇ ਬਣ ਬੈਠੇ। ਇਸ ਕਰਕੇ ਉਹ ਇਸ ਲੜਾਈ ਨੂੰ ਖਤਮ ਕਰਨ ਵਾਸਤੇ ਜਾਪਦਾ ਹੈ ਕਿ ਬਨ ਵਿੱਚ, ਜੰਗਲ 'ਚ ਕਿਤੇ ਗੁਪਤ ਹੋ ਗਏ ਨੇ। ਕੀ ਚਿਤ ਕਈ ਬਦੇਸ਼ ਮਝਾਰਾ। ਕਈ ਕਹਿਣ ਲੱਗੇ ਹੋ ਸਕਦਾ ਸਤਿਗੁਰੂ ਜੀ ਇਹ ਦੇਸ਼ ਛੱਡ ਕੇ ਕਿਤੇ ਦੂਸਰੇ ਦੇਸ਼ ਚਲੇ ਗਏ ਹੋਣ। ਗੁਰੂ ਪਾਤਸ਼ਾਹ ਦੀ ਸਿੱਖੀ ਤਾਂ ਅਫਗਾਨਿਸਤਾਨ, ਕਾਬਲ, ਕੰਧਾਰ ਤਾਂ ਹੀ ਹੈ। ਖਬਰੇ ਹੋ ਸਕਦਾ ਉਹਨਾਂ ਵੇਖਿਆ ਵੀ ਇਸ ਦੇਸ਼ ਵਿੱਚ ਇਹ ਦਾਤੂ ਵਰਗੇ ਕਲੇਸ਼ੀ ਨੇ, ਉਹ ਇਹ ਦੇਸ਼ ਹੀ ਛੱਡ ਕੇ ਨਾ ਚਲੇ ਗਏ ਹੋਣ। ਪਹੁੰਚੇ ਸਤਿਗੁਰ ਦਰਸ ਉਦਾਰਾ। ਉਹ ਆਪਣੇ ਸੇਵਕਾਂ ਦੇ ਭਲੇ ਲਈ, ਉਹਨਾਂ ਨੂੰ ਦਰਸ਼ਨ ਦੇਣ ਲਈ
ਕਿਸੇ ਦੂਸਰੇ ਦੇਸ਼ ਵਿਦੇਸ਼ ਨਾ ਚਲੇ ਗਏ ਹੋਣ। ਤਹਾਂ ਸਿੱਖ ਸੇਵਕ ਹੋਏ ਬ੍ਰਿੰਦ। ਕਿ ਉੱਥੇ ਵੀ ਤਾਂ ਮਹਾਰਾਜ ਜੀ ਦੇ ਬੇਅੰਤ ਸਿੱਖ ਸੇਵਕ ਨੇ, ਉਹ ਕਿਤੇ ਵੀ ਜਾ ਸਕਦੇ ਨੇ। ਹੈ ਜਿਨ ਮਸਤਕ ਭਾਗ ਬਿਲੰਦ। ਜਿਨ੍ਹਾਂ ਸਿੱਖਾਂ ਦੇ ਭਾਗ ਵੱਡੇ ਨੇ, ਜਿਨ੍ਹਾਂ ਸਿੱਖਾਂ ਦੇ ਕਰਮ ਚੰਗੇ ਨੇ। ਇਤਿਆਦਿਕ ਬਹੁ ਥਾਨ ਬਤਾਵੇ। ਉਹਨਾਂ ਸਿੱਖਾਂ ਦੇ ਕੋਲ ਹੋ ਸਕਦਾ ਗੁਰੂ ਜੀ ਚਲੇ ਗਏ ਹੋਣ, ਉਹਨਾਂ ਨੂੰ ਦਰਸ਼ਨ ਦੇਣ। ਇੱਕ ਕਹਿੰਦਾ ਕਿਤੇ ਕਾਬਲ ਤਾਂ ਨਹੀਂ ਚਲੇ ਗਏ, ਦੂਜਾ ਕਹਿੰਦਾ ਕਿਤੇ ਸਤਿਗੁਰੂ ਜੀ ਇੱਧਰ ਪੂਰਬ ਦਿਸ਼ਾ ਨੂੰ ਤਾਂ ਨਹੀਂ ਗਏ ਜਿੱਧਰ ਗੁਰੂ ਨਾਨਕ ਸਾਹਿਬ ਗਏ ਸਨ। ਤੀਜਾ ਕਹਿੰਦਾ ਕਿਤੇ ਇੱਧਰ ਦੱਖਣ ਦਿਸ਼ਾ 'ਚ ਜਗਨਨਾਥਪੁਰੀ ਨੂੰ ਨਾ ਚਲੇ ਗਏ ਹੋਣ। ਏਦਾਂ ਜਿੰਨੇ ਮੂੰਹ ਓਨੀਆਂ ਗੱਲਾਂ ਸਭ ਕਰ ਰਹੇ ਨੇ। ਨਿਸ਼ਚੇ ਮਤ ਕੋਈ ਨਾ ਠਹਿਰਾਵੇ। ਪਰ ਨਿਸ਼ਚਾ ਨਹੀਂ ਪਿਆ ਕਿਸੇ ਨੂੰ ਆਉਂਦਾ, ਨਿਰਣਾ ਨਹੀਂ ਪਿਆ ਕਰ ਪਾ ਰਿਹਾ ਕੋਈ ਵੀ ਗਏ ਕਿੱਥੇ ਨੇ। ਕੋਈ ਕਹਿੰਦਾ ਸੱਚਖੰਡ ਚਲੇ ਗਏ ਨੇ, ਜੋਤੀ ਜੋਤ ਸਮਾ ਗਏ ਨੇ। ਏਦਾਂ ਨਿਰਣਾ ਕਿਸੇ ਕੋਲੋਂ ਨਹੀਂ ਹੋ ਪਾ ਰਿਹਾ। ਹਾਂਜੀ। ਤਬ ਸਭ ਮਿਲ ਕੇ ਕੀਨ ਵਿਚਾਰਨ। ਜਦੋਂ 2-3 ਦਿਨ ਏਦਾਂ ਲੰਘ ਗਏ, ਫਿਰ ਸਾਰੇ ਸਿੱਖਾਂ ਨੇ ਵਿਚਾਰ ਕੀਤੀ। ਬੁੱਢਾ ਜਾਣੇ ਗੋ ਇਸ ਕਾਰਨ। ਕਹਿਣ ਲੱਗੇ ਭਾਈ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕੋਲ ਚੱਲੀਏ, ਉਹ ਜਾਣਦੇ ਹੋਣਗੇ ਸਾਰਾ ਕਾਰਨ, ਉਹਨਾਂ ਨੂੰ ਪਤਾ ਹੋਵੇਗਾ ਸਭ ਕੁਝ। ਗੁਰ ਘਰ ਮੈਂ ਸੋ ਸਚਿਵ ਸਮਾਨ। ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਦੇ ਵਜ਼ੀਰ ਨੇ। ਜਿਵੇਂ ਕਿਸੇ ਬਾਦਸ਼ਾਹ ਦਾ ਖਾਸ ਵਜ਼ੀਰ ਹੁੰਦਾ ਹੈ, ਏਦਾਂ ਬਾਬਾ ਬੁੱਢਾ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੇ ਘਰ ਦੇ ਮੁੱਖ ਵਜ਼ੀਰ ਹਨ। ਇਸ ਟਿਗ ਚਲੋ ਰਹੇ ਜਿਸ ਥਾਨ। ਆਪਾਂ ਬਾਬਾ ਬੁੱਢਾ ਸਾਹਿਬ ਜੀ ਕੋਲ ਚੱਲੀਏ, ਜਿੱਥੇ ਉਹ ਬੈਠੇ ਨੇ ਉਹਨਾਂ ਨੂੰ ਚੱਲ ਕੇ ਮਿਲ ਕੇ ਬੇਨਤੀ ਕਰੀਏ। ਸਤਿਗੁਰ ਜੈ ਸੋ ਖੋਜ ਬਤਾਵੇ। ਬਾਬਾ ਬੁੱਢਾ ਸਾਹਿਬ ਜੀ ਨੂੰ ਚੱਲ ਕੇ ਆਖੀਏ ਵੀ ਜਿੱਥੇ ਸਤਿਗੁਰੂ ਜੀ ਹੈਣ, ਉਹ ਸਾਨੂੰ ਲੱਭ ਕੇ ਭਾਲ ਕੇ ਸਤਿਗੁਰਾਂ ਦੇ ਦਰਸ਼ਨ ਕਰਾਉਣ। ਅਪਰਨ ਤੇ ਕਿਉਂ ਕਰਨੇ ਪਾਵੇ। ਕਿਉਂਕਿ ਸਾਨੂੰ ਹੁਣ ਹੋਰ ਨਹੀਂ ਕਿਸੇ ਤਰੀਕੇ ਨਾਲ ਗੁਰੂ ਸਾਹਿਬ ਲੱਭਣੇ। ਹੁਣ ਤਾਂ ਇਕੱਲੇ ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜੇ ਸਾਨੂੰ ਰਾਹ ਵਿਖਾ ਸਕਦੇ ਨੇ, ਹੋਰ ਕੋਈ ਤਰੀਕਾ ਨਜ਼ਰ ਨਹੀਂ ਆਉਂਦਾ। ਕਿਮ ਕਹਿ ਸਿੱਖ ਸਭ ਆਂਸੂ ਢਾਰਤ। ਇਤਨਾ ਕਹਿ ਕੇ ਕਈ ਸਿੱਖਾਂ ਦੇ ਤਾਂ ਨੇਤਰਾਂ ਚੋਂ ਪਾਣੀ ਵਗੀ ਜਾਵੇ ਵਿਰਾਗ ਵਿੱਚ। ਖਬਰੇ ਸਤਿਗੁਰੂ ਜੀ ਕਿੱਥੇ ਚਲੇ ਗਏ ਨੇ। ਅੱਜ 2 ਦਿਨ ਹੋ ਗਏ ਐ, ਪਤਾ ਨਹੀਂ ਕਿੱਥੇ ਨੇ। ਉਹਨਾਂ ਦਾ ਜੋੜਾ ਵੀ ਇੱਥੇ ਹੀ ਪਿਆ ਹੋਇਆ, ਪੈਰਾਂ 'ਚ ਜੋੜਾ ਤੱਕ ਨਹੀਂ ਪਾ ਕੇ ਗਏ। ਏਦਾਂ ਕਈਆਂ ਸਿੱਖਾਂ ਦੇ ਨੇਤਰ ਸਜਲ ਹਨ, ਕਈਆਂ ਦੇ ਨੇਤਰਾਂ 'ਚੋਂ ਵਿਰਾਗ ਦੇ ਆਂਸੂ ਵਹਿ ਰਹੇ ਹਨ। ਉਰ ਬਿਖਾਦ ਤੇ ਹੈ ਬਹੁ ਆਰਤ। ਹਿਰਦੇ ਵਿੱਚ ਦੁੱਖ ਇੰਨਾ ਜ਼ਿਆਦਾ ਹੈ ਕਿ ਉਸ ਦੁੱਖ ਨੂੰ ਬਰਦਾਸ਼ਤ ਕਰਨਾ ਔਖਾ ਹੋ ਰਿਹਾ। ਦੁੱਖ ਇਹ ਵੀ ਸੀ ਕਿ ਸਤਿਗੁਰਾਂ ਦਾ ਨਿਰਾਦਰ ਕੀਤਾ ਬਾਬੇ ਦਾਤੂ ਨੇ। ਫਿਰ ਸਭ ਤੋਂ ਵੱਡਾ ਦੁੱਖ ਵੀ ਅਚਾਨਕ ਬਿਨਾਂ ਦੱਸਿਆਂ ਸਤਿਗੁਰੂ ਜੀ ਕਿੱਥੇ ਚਲੇ ਗਏ ਨੇ। ਇਸ ਗੱਲ ਕਰਕੇ ਸਾਰੇ ਸਿੱਖ ਬੜੇ ਬੇਬਲ ਹਨ। ਕਈ ਤਾਂ ਰੋ ਰਹੇ ਹਨ, ਕਈਆਂ ਦੇ ਮਨ ਵਿਰਾਗ ਦੇ ਨਾਲ ਭਰੇ ਹੋਏ ਹਨ। ਜਥਾ ਕ੍ਰਿਸ਼ਨ ਪੇ ਅੰਤਰ ਧਿਆਨਾ। ਖਾਲਸਾ ਜੀ ਇੱਕ ਕਥਾ ਆਉਂਦੀ ਆ ਭਗਵਾਨ ਕ੍ਰਿਸ਼ਨ ਜੀ ਦੀ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਉਹ ਕਥਾ ਆਪਣੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਕ੍ਰਿਸ਼ਨ ਅਵਤਾਰ 'ਚ ਲਿਖੀ। ਕਹਿੰਦੇ ਇੱਕ ਵਾਰੀ ਭਗਵਾਨ ਕ੍ਰਿਸ਼ਨ ਜੀ ਜਦੋਂ ਅੰਤਰ ਧਿਆਨ ਹੋ ਗਏ ਨਾ, ਇੱਧਰ ਗੋਕੁਲ ਮਥੁਰਾ ਦੇ ਇਲਾਕੇ 'ਚ, ਤੇ ਉਹਨਾਂ ਦੇ ਨਾਲ ਸਨੇਹ ਕਰਨ ਵਾਲੀਆਂ ਉੱਥੇ ਜਿਤਨੀਆਂ ਵੀ ਗੋਪੀਆਂ ਸਨ ਉਹ ਬੇਬਲ ਹੋ ਗਈਆਂ। ਉਹ ਤੜਫਦੀਆਂ, ਕਦੇ ਇੱਧਰ ਵੇਖਣ ਭਗਵਾਨ ਜੀ ਨੂੰ, ਕਦੇ ਇੱਧਰ, ਕਦੇ ਦਰਖਤਾਂ ਨੂੰ ਪੁੱਛਣ ਕਾन्हा ਜੀ ਕਿੱਥੇ ਹਨ। ਉਹ ਗਊਆਂ ਜਿਨ੍ਹਾਂ ਨੂੰ ਚਾਰਦੇ ਸੀ ਕ੍ਰਿਸ਼ਨ ਭਗਵਾਨ, ਉਹਨਾਂ ਨੂੰ ਖੜੀਆਂ ਕਰਕੇ ਪੁੱਛਣ ਗਊਆਂ ਨੂੰ ਭਗਵਾਨ ਜੀ ਕਿੱਥੇ ਨੇ। ਉਹ ਬੇਬਲ ਹੋ ਗਈਆਂ ਸਨ। ਉਹ ਕਥਾ ਉਹ ਉਦਾਹਰਣ ਦੇ ਰਹੇ ਨੇ ਇੱਥੇ ਮਹਾਕਵੀ ਜੀ। ਉਹਨਾਂ ਨੂੰ ਸਮਝਾਉਣ ਵਾਸਤੇ ਭਗਵਾਨ ਕ੍ਰਿਸ਼ਨ ਜੀ ਨੇ ਆਪਣੇ ਭਰਾ ਉਧੋ ਨੂੰ ਭੇਜਿਆ, ਬਲਰਾਮ ਨੂੰ, ਕਿ ਤੁਸੀਂ ਜਾ ਕੇ ਉਹਨਾਂ ਨੂੰ ਸਮਝਾਓ ਕਿ ਮੈਂ ਇੱਥੇ ਮਥੁਰਾ ਮੰਡਲ ਦੇ ਵਿੱਚ ਰਾਜ ਕਰ ਰਿਹਾ। ਉਹ ਗਏ ਤਾਂ ਉਹਨਾਂ ਨੂੰ ਸਮਝਾਉਣ,
12ਵਾਂ ਬਾਣੀ ਗੁਰੂ ਕਲਗੀਧਰ ਜੀ ਨੇ ਰਚੀ ਆ ਦਸਮ ਬਾਣੀ ਚ ਕ੍ਰਿਸ਼ਨ ਅਵਤਾਰ ਚ। ਉਹ ਫਿਰ ਉਦੋਂ ਪ੍ਰੇਮ ਛਕੀ ਉਹਨੂੰ 12ਵਾਂ ਦੀ ਬਾਣੀ ਕਹਿੰਦੇ ਹਨ। ਉਹ ਕਹਿੰਦੇ ਬਲਰਾਮ ਵੀ ਉਹਨਾਂ ਦੇ ਵਿੱਚ ਹੀ ਰੰਗੇ ਹੋਏ, ਬੇਸੁੱਧ ਜੇ ਹੋਏ, ਜਿਵੇਂ ਵਿਰਾਗ ਵਿੱਚ ਆਵੇ ਫਾਵੇ ਜੇ ਹੁੰਦੇ, ਉਹਨਾਂ ਦੇ ਰੰਗ 'ਚ ਹੀ ਰੰਗੇ ਹੋਏ ਵਾਪਸ ਆ ਗਏ ਉਹਨਾਂ ਨੂੰ ਸਮਝਾਉਣ ਸੀ ਵੀ ਹੌਸਲਾ ਕਰੋ। ਕਹਿੰਦੇ ਜਿਵੇਂ ਭਗਵਾਨ ਕ੍ਰਿਸ਼ਨ ਜੀ ਤੋਂ ਬਿਨਾਂ ਗੋਪੀਆਂ ਬੇਬਲ ਸਨ, ਇਸੇ ਤਰ੍ਹਾਂ ਗੁਰੂ ਕੇ ਸਿੱਖ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨਾਂ ਤੋਂ ਬਿਨਾਂ ਬੇਬਲ ਹੋ ਰਹੇ ਨੇ। ਮਹਾਰਾਜ ਜੀ ਦੇ ਦਰਸ਼ਨਾਂ ਤੋਂ ਬਿਨਾਂ ਵਿਛੋੜੇ ਦੀ ਤੜਫ ਵਿੱਚ ਤੜਫ ਰਹੇ ਹਨ। ਗਨ ਗੋਪੀ ਰੁਦੇ ਅੰਤ ਮਹਾਨਾ। ਕਹਿੰਦੇ ਜਿਵੇਂ ਗੋਪੀਆਂ ਰੋਂਦੀਆਂ ਸਨ ਭਗਵਾਨ ਕ੍ਰਿਸ਼ਨ ਦੇ ਵਿਛੋੜੇ ਵਿੱਚ, ਸਭ ਇਕੱਠੇ ਹੋਏ ਕਰ ਤਬ ਚਲੇ। ਕਹਿੰਦੇ ਇਸੇ ਤਰ੍ਹਾਂ ਗੁਰੂ ਕੇ ਸਿੱਖ ਵੈਰਾਗ ਵਿੱਚ ਨੇਤਰਾਂ ਚੋਂ ਨੀਰ ਵਹਾ ਰਹੇ। ਸਾਰੇ ਸਿੱਖ ਇਕੱਠੇ ਹੋ ਕੇ ਚੱਲ ਪਏ। ਜੈ ਥਲ ਪਾਈ ਬੁੱਢਾ ਭਲੇ। ਕਿੱਥੇ ਆਏ? ਜਿੱਥੇ ਧੰਨ ਬਾਬਾ ਬੁੱਢਾ ਸਾਹਿਬ ਜੀ ਬਿਰਾਜਮਾਨ ਸਨ। ਕਰਿਓ ਪ੍ਰਸਾਦ ਅਗਾਰੀ ਜਾਏ। ਸੰਗਤ ਨੇ ਜਥਾ ਸ਼ਕਤ ਬਾਬਾ ਬੁੱਢਾ ਸਾਹਿਬ ਜੀ ਦਾ ਸਤਿਕਾਰ ਕਰਨ ਵਜੋਂ ਵੀ ਗੁਰੂ ਘਰ ਦੇ ਵਜ਼ੀਰ ਨੇ ਕੁਝ ਭੇਟਾ ਲੈ ਕੇ ਆਏ। ਪ੍ਰਸ਼ਾਦ ਮਿੱਠਾ ਉਹ ਬਾਬਾ ਜੀ ਦੇ ਅੱਗੇ ਰੱਖਿਆ। ਕਰੀ ਬੰਦਨਾ ਸੀਸ ਨਿਵਾਏ। ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਸੀਸ ਝੁਕਾ ਕੇ ਬੜੇ ਅਦਬ ਨਾਲ ਸਤਿਕਾਰ ਨਾਲ ਬੰਦਨਾ ਕੀਤੀ। ਸੰਗਤ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਨਮਸਕਾਰ ਕੀਤੀ। ਹੱਥ ਜੋੜੋਏ ਕਰ ਤਬ ਖਰੇ। ਹੱਥ ਜੋੜ ਕੇ ਸਾਰੀ ਸੰਗਤ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਾਨਮੁਖ ਖਲੋ ਗਈ। ਜਸ ਕੇ ਸਹਿਤ ਬੇਨਤੀ ਕਰੇ। ਬਾਬਾ ਜੀ ਦਾ ਜਸ ਵੀ ਕੀਤਾ, ਨਾਲੇ ਬੇਨਤੀ ਕਰਕੇ ਸਿੱਖ ਕਹਿਣ ਲੱਗੇ ਤੁਮ ਅਰ ਗੁਰ ਮੈਂ ਭੇਦ ਨ ਕੋ। ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਗੁਰੂ ਵਿੱਚ ਮਿਲ ਕੇ ਇੱਕ ਬੇਕੀ ਹੋ ਗਏ ਹੋ। ਤੁਸੀਂ ਸਤਿਗੁਰਾਂ ਵਿੱਚ ਹੀ ਮਿਲ ਕੇ ਅਭੇਦ ਹੋ ਗਏ ਹੋ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਤੁਸੀਂ ਐਸੀ ਅਵਸਥਾ ਨੂੰ ਪ੍ਰਾਪਤ ਹੋ ਗਏ ਹੋ। ਜੋਤ ਏਕ ਧਾਰੇ ਤਨ ਦੋ। ਹੁਣ ਜੋਤ ਇੱਕੋ ਹੀ ਹੋ ਗਈ ਆ, ਤੁਹਾਡਾ ਸਰੀਰ ਕਰਕੇ ਹੀ ਭੇਦ ਹੈ। ਸਿੱਖ ਸਹਾਇਕ ਪਰ ਉਪਕਾਰੀ। ਬਾਬਾ ਬੁੱਢਾ ਸਾਹਿਬ ਜੀ ਤੁਸੀਂ ਸਿੱਖਾਂ ਦੇ ਸਹਾਇਕ ਹੋ। ਫਿਰ ਆਪ ਜੈਸੇ ਮਹਾਂਪੁਰਸ਼ ਪਰਉਪਕਾਰੀ ਹੁੰਦੇ ਹਨ। ਪਰਉਪਕਾਰ ਨਿਤ ਚਿਤਵਤੇ ਨਾਹੀ ਕਛ ਪੋਚ। ਤੁਸੀਂ ਹਮੇਸ਼ਾ ਪਰਉਪਕਾਰ ਹੀ ਕਰਦੇ ਹੋ। ਸਭ ਸੰਗਤ ਏ ਖਰੀ ਅਗਾਰੀ। ਇਹ ਸਾਰੀ ਸੰਗਤ ਇਸ ਵੇਲੇ ਤੁਹਾਡਾ ਆਸਰਾ ਤੱਕ ਕੇ ਤੁਹਾਡੇ ਸਨਮੁਖ ਆ ਕੇ ਖੜੀ ਹੈ। ਸਿੰਧ ਸਦੇਹਨ ਮਗਨ ਵਿਸਾਲਾ। ਇਹ ਸਾਰੀ ਸੰਗਤ ਇਸ ਵੇਲੇ ਸੰਸ਼ਿਆਂ ਦੇ ਸਮੁੰਦਰ 'ਚ ਡੁੱਬੀ ਹੋਈ। ਸਭ ਦੇ ਅੰਦਰ ਸੰਦੇਹ ਹੈ, ਕਿਸੇ ਨੂੰ ਸਪਸ਼ਟ ਨਹੀਂ ਹੈ ਕੁਝ ਵੀ। ਬਨੋ ਜਹਾਜ਼ ਆਪ ਇਸ ਕਾਲਾ। ਬਾਬਾ ਜੀ ਸੰਸ਼ਿਆਂ ਦੀ ਸਮੁੰਦਰ ਵਿੱਚ ਡੁੱਬੀ ਹੋਈ ਇਸ ਸੰਗਤ ਲਈ ਤੁਸੀਂ ਜਹਾਜ਼ ਬਣੋ। ਇਹਨਾਂ ਨੂੰ ਇਸ ਸੰਸ਼ਿਆਂ ਦੇ ਸਮੁੰਦਰ ਚੋਂ ਬਾਹਰ ਕੱਢੋ। ਸਿੱਖਨ ਵਿਖੇ ਅਗਾਊ ਆਪ। ਜਿੰਨੇ ਗੁਰਸਿੱਖ ਨੇ ਇਸ ਵੇਲੇ ਉਹਨਾਂ ਸਾਰਿਆਂ ਵਿੱਚੋਂ ਸਭ ਤੋਂ ਮੁਖੀ ਆਗੂ ਤੁਸੀਂ ਹੋ। ਜਿੰਨੇ ਵੀ ਗੁਰਸਿੱਖ ਨੇ ਉਹਨਾਂ ਗੁਰਸਿੱਖਾਂ ਵਿੱਚ ਸਭ ਤੋਂ ਪ੍ਰਮੁੱਖ, ਸਭ ਤੋਂ ਮੁਖੀ ਆਗੂ ਬਾਬਾ ਜੀ ਇਸ ਵਕਤ ਤੁਸੀਂ ਹੋ। ਦੇ ਟੀਕਾ ਗੁਰ ਗਾਦੀ ਥਾਪ। ਔਰ ਆਪ ਜੀ ਗੁਰਿਆਈ ਦਾ ਤਿਲਕ ਦੇ ਕੇ ਹੀ ਗੁਰਗੱਦੀ ਤੇ ਗੁਰੂ ਸਾਹਿਬ ਜੀ ਨੂੰ ਬਿਠਾਉਂਦੇ ਹੋ, ਵਿਰਾਜਮਾਨ ਕਰਦੇ ਹੋ। ਜਦੋਂ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਦਿੱਤੀ ਤਾਂ ਗੁਰਿਆਈ ਦਾ ਉਜਵਲ ਟੀਕਾ ਤਿਲਕ ਬਾਬਾ ਜੀ ਤੁਸੀਂ ਗੁਰੂ ਅੰਗਦ ਸਾਹਿਬ ਦੇ ਭਾਲ ਤੇ ਕੱਢਿਆ। ਤਿਲਕ ਚਲ ਹੋ। ਬ੍ਰਹਮ ਗਿਆਨ ਦੀ ਅਵਸਥਾ ਵਿੱਚ ਸਦਾ ਵਾਸਤੇ ਅਭੇਦ ਹੋ। ਅੰਤਰਜਾਮੀ ਜਹ ਕੈ ਚੀਤ। ਬਾਬਾ ਜੀ ਤੁਸੀਂ ਅੰਤਰਜਾਮੀ ਵੀ ਹੋ,
ਸਭ ਦਿਆਂ ਦਿਲਾਂ ਦੀਆਂ ਬੁੱਝਦੇ ਹੋ, ਸਭ ਦੇ ਹਿਰਦਿਆਂ ਦੀ ਜਾਣਦੇ ਹੋ। ਸਰਬ ਸ਼ਕਤ ਜੁਤ ਸਮਰਥ ਆਹੋ, ਸਰਬ ਸ਼ਕਤੀਆਂ ਦੇ ਸਹਿਤ ਤੁਸੀਂ ਸਮਰੱਥ ਹੋ। ਅਜ਼ਮਤ ਸਦਾ ਛਿਪਾਏ ਰਹੋ, ਪਰ ਤੁਸੀਂ ਆਪਣੀ ਅਜ਼ਮਤ ਨੂੰ, ਆਪਣੀ ਕਲਾ ਨੂੰ ਆਪਣੇ ਅੰਦਰ ਛੁਪਾ ਕੇ ਰੱਖਦੇ ਹੋ। ਆਪਣੀ ਅਜ਼ਮਤ ਨੂੰ ਆਪਣੇ ਅੰਦਰ ਛੁਪਾ ਕੇ ਰੱਖਦੇ ਹੋ। ਸਭ ਸੰਗਤ ਪਰ ਕਰੁਣਾ ਕੀਜੇ, ਸਾਰੀ ਸੰਗਤ ਉੱਤੇ ਆਪ ਜੀ ਕਿਰਪਾ ਕਰੋ। ਸੰਗਤ ਉੱਤੇ ਤੁਹਾਡਾ ਬੜਾ ਵੱਡਾ ਅਹਿਸਾਨ ਹੋਵੇਗਾ ਬਾਬਾ ਜੀ। ਸਾਰੀ ਸੰਗਤ ਉੱਤੇ ਤੁਹਾਡਾ ਇਹ ਮਹਾਨ ਪਰਉਪਕਾਰ ਹੋਵੇਗਾ। ਸ਼ਰਨ ਆਪ ਕੀ ਪਰੀ ਲਖੀਜੇ, ਸਾਰੀ ਸੰਗਤ ਬਾਬਾ ਜੀ ਆਪ ਜੀ ਦੀ ਸ਼ਰਨ ਵਿੱਚ ਹੈ। ਤੁਸੀਂ ਸਭ ਦੇ ਆਗੂ ਹੋ। ਸਾਰੇ ਸਿੱਖਾਂ ਵਿੱਚ ਸਭ ਤੋਂ ਪ੍ਰਮੁੱਖ ਸਿੱਖ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਹੋ। ਖਾਲਸਾ ਜੀ ਗੁਰੂ ਘਰ ਵਿੱਚ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਰੁਤਬਾ ਬੜਾ ਉੱਚਾ ਸੁੱਚਾ ਹੈ। ਪਿੱਛੇ ਕਥਾ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਗੁਰਸਿੱਖੀ ਕੀ ਅਬਦ ਆਧਾਰਾ। ਜਿਵੇਂ ਪਾਣੀ ਬਹੁਤ ਨਦੀਆਂ ਦਰਿਆਵਾਂ ਵਿੱਚ ਹੈ, ਪਰ ਸਮੁੰਦਰ ਪਾਣੀ ਦੀ ਹੱਦ ਹੈ। ਪ੍ਰਕਾਸ਼ ਦੇ ਸਾਧਨ ਤਾਂ ਹੋਰ ਵੀ ਬਹੁਤ ਨੇ, ਪਰ ਰੌਸ਼ਨੀ ਦੀ ਹੱਦ ਸੂਰਜ ਹੈ। ਗੁਰਸਿੱਖ ਬੇਅੰਤ ਨੇ ਗੁਰੂ ਘਰ ਵਿੱਚ, ਪਰ ਗੁਰਸਿੱਖਾਂ ਵਿੱਚ ਜੇ ਗੁਰਸਿੱਖੀ ਦੀ ਹੱਦ ਕਹਿਣਾ ਹੋਵੇ ਤਾਂ ਉਹ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਹਨ। ਐਸੇ ਮਹਾਨ ਗੁਰਸਿੱਖ ਕਿਰਪਾ ਭਾਏ ਤਤਕਾਲ ਹੀ ਪ੍ਰਾਪਤ ਭਾ ਬ੍ਰਹਮ ਗਿਆਨ। ਗੁਰੂ ਨਾਨਕ ਸਾਹਿਬ ਦੀ ਕਿਰਪਾ ਪ੍ਰਾਪਤ ਕਰਕੇ ਤਤਕਾਲ ਉਸੇ ਵੇਲੇ ਹੀ ਬ੍ਰਹਮ ਗਿਆਨ ਦੀ ਅਵਸਥਾ ਨੂੰ ਬਾਬਾ ਬੁੱਢਾ ਸਾਹਿਬ ਜੀ ਪ੍ਰਾਪਤ ਹੋ ਗਏ ਸੀ। ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਬਾਲਕ ਤੁਮਰੀ ਬੈਸਦ ਸਾਬਤ, ਬੁੱਢੇ ਸਮ ਮੁਖਵਾਕ ਅਲਾਵਤ। ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਦੋਂ ਗਵਾਲੀਅਰ ਦੇ ਕਿਲੇ 'ਚ ਨਜ਼ਰਬੰਦ ਸੀ, ਆਉਣ ਵਾਲੇ ਦਿਨਾਂ 'ਚ ਜੋੜ ਮੇਲੇ ਆ ਰਹੇ ਨੇ ਦੀਵਾਲੀ ਦੇ, ਬੰਦੀ ਛੋੜ ਦਿਵਸ। ਬਾਬਾ ਬੁੱਢਾ ਸਾਹਿਬ ਜੀ 30,000 ਸਿੱਖਾਂ ਦੀ ਫੌਜ ਆਪਣੇ ਨਾਲ ਲੈ ਕੇ ਗਵਾਲੀਅਰ ਪਹੁੰਚ ਗਏ ਸੀ। ਗੁਰੂ ਸਾਹਿਬ ਦੀ ਆਗਿਆ, ਮਹਾਰਾਜ ਹੁਕਮ ਕਰੋ, ਕਿਲੇ ਤੋੜ ਕੇ ਆਪ ਜੀ ਨੂੰ ਲੈ ਜਾਂਦੇ। ਮਹਾਰਾਜ ਜੀ ਨੇ ਆਖਿਆ ਨਹੀਂ ਬਾਬਾ ਬੁੱਢਾ ਸਾਹਿਬ ਜੀ, ਹਾਲੇ ਵੇਲਾ ਨਹੀਂ, ਤੁਸੀਂ ਜਾ ਕੇ ਸਾਡੇ ਘੋੜੇ ਸੰਭਾਲੋ, ਫੌਜਾਂ ਦਿੱਲੀ ਹਨ। ਬਾਬਾ ਬੁੱਢਾ ਸਾਹਿਬ ਜੀ ਦਿੱਲੀ ਆ ਗਏ। ਜਿੰਨੀ ਫੌਜ ਸੀ ਮਹਾਰਾਜ ਜੀ ਦੇ ਨਾਲ ਘੋੜ ਸਵਾਰ, ਉਹਨਾਂ ਸਾਰੇ ਘੋੜਿਆਂ ਨੂੰ, ਫੌਜਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਦਿੱਲੀ ਸੰਭਾਲਿਆ। ਜਦੋਂ ਛੇਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ 'ਚੋਂ ਆਏ, ਘੋੜੇ ਵੇਖੇ ਬੜੇ ਰਿਸ਼ਟ ਪੁਸ਼ਟ, ਫੌਜਾਂ ਸਾਰੀਆਂ ਤਿਆਰ ਬਰ ਤਿਆਰ, ਤੇ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੇ ਬਚਨ ਕੀਤੇ। ਆਖਿਆ ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਤਾਂ ਵੱਡੇ ਜਰਨੈਲ ਹੋ, ਸਾਰੀਆਂ ਫੌਜਾਂ ਨੂੰ ਬੜੇ ਯੋਗ ਤਰੀਕੇ ਨਾਲ ਸੰਭਾਲਿਆ, ਘੋੜੇ ਸਾਰੇ ਨਰੋਏ ਨੇ। ਆਉਣ ਵਾਲੇ ਸਮੇਂ ਵਿੱਚ ਤੁਹਾਡੇ ਨਾਮ ਤੇ ਪੰਥ ਚੱਲੇਗਾ। ਤੋ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਤੋਂ ਕਲਗੀਧਰ ਪਾਤਸ਼ਾਹ ਜੀ ਦੇ ਥਾਪੜਾ ਪ੍ਰਾਪਤ ਕਰਕੇ ਪੰਥ ਚੱਲਿਆ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ। ਸਤਿ ਸ੍ਰੀ ਅਕਾਲ। ਨਿਹੰਗ ਸਿੰਘਾਂ ਦੇ ਹੋਰ ਵੀ ਬੇਅੰਤ ਦਲ ਹਨ, ਫੌਜਾਂ ਹਨ, ਜਥੇਬੰਦੀਆਂ ਹਨ, ਸੰਪਰਦਾਵਾਂ ਹਨ, ਪਰ ਪੰਥ ਵਿੱਚ ਇਹ ਮਰਿਆਦਾ ਹੈ ਹੁਣ ਵੀ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ਤੇ ਚੱਲੇ ਹੋਏ ਦਲ ਪੰਥ ਦਾ ਸਤਿਕਾਰ ਸਭ ਤੋਂ ਪਹਿਲਾਂ ਹੁੰਦਾ। ਬਾਬਾ ਬੁੱਢਾ ਸਾਹਿਬ ਜੀ ਦੀ ਗੱਦੀ, ਜਾਂ ਇਸਦਾ ਕਹਿ ਲਈਏ ਉਹਨਾਂ ਦਾ ਸਥਾਨ, ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੈਡ ਗ੍ਰੰਥੀ ਸਾਹਿਬ ਜੀ ਨੂੰ ਪ੍ਰਾਪਤ ਹੈ। ਹੁਣ ਵੀ ਜਦੋਂ ਵੀ ਪੰਥ ਦੇ ਵੱਡੇ ਸਮਾਗਮ ਹੁੰਦੇ ਹਨ, ਕੋਈ ਵੀ ਪੰਥਕ ਸਮਾਗਮ ਹੋਣ, ਜੋੜ ਮੇਲ ਹੋਣ, ਸਭ ਤੋਂ ਪਹਿਲਾ ਜਿਹੜਾ ਸਤਿਕਾਰ ਹੁੰਦਾ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬ ਹੈਡ ਗ੍ਰੰਥੀ ਸਾਹਿਬ ਦਾ ਹੁੰਦਾ, ਕਿਉਂਕਿ ਉਹ ਬਾਬਾ ਬੁੱਢਾ ਸਾਹਿਬ ਜੀ ਦੀ ਪਦਵੀ ਹੈ। ਹੁਣ ਵੀ ਬਾਬਾ ਬੁੱਢਾ ਸਾਹਿਬ ਜੀ ਦਾ ਇਹ ਸਨਮਾਨ ਸਮੁੱਚੇ ਪੰਥ ਵਿੱਚ। ਸੋ ਕਹਿਣ ਤੋਂ ਭਾਵ ਬਾਬਾ ਬੁੱਢਾ ਸਾਹਿਬ ਜੀ ਸਾਰੇ ਸਿੱਖਾਂ ਵਿੱਚ ਆਗੂ ਨੇ। ਸੰਗਤ ਆਪ ਕਹਿ ਰਹੀ ਹੈ, ਕਹਿ ਰਹੇ ਨੇ ਬਾਬਾ ਜੀ ਤੁਸੀਂ ਸਾਡੇ ਸਾਰਿਆਂ ਦੇ ਮੁਖੀ ਹੋ, ਤੁਸੀਂ ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਹੋ, ਅੰਤਰਜਾਮੀ ਵੀ ਹੋ। ਤੁਸੀਂ ਜਾਣਦੇ ਹੋ ਇਸ ਵੇਲੇ ਸਿੱਖਾਂ ਦੇ ਅੰਦਰ ਦੀ ਬੇਬਲਤਾਈ ਕੈਸੀ ਹੈ। ਸੁਨਤ ਬਿਨੇ ਬੁੱਢਾ ਬੋਲਿਓ। ਜਦੋਂ ਸੰਗਤ ਨੇ ਬੇਨਤੀ ਕੀਤੀ,
ਸੰਗਤ ਦੀ ਬੇਨਤੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਸੁਣੀ ਤੇ ਬੋਲੇ, ਇਸ ਕਾਰਨ ਤੁਮਰੋ ਮਨ ਡੋਲਿਓ। ਕਹਿਣ ਲੱਗੇ ਸੰਗਤ ਜੀ ਕੀ ਗੱਲ ਹੈ, ਕਿਸ ਕਾਰਨ ਕਰਕੇ ਤੁਹਾਡਾ ਮਨ ਡਾਵਾਂ ਡੁਹਾਲੇ? ਸੰਗਤ ਨੇ ਦੱਸਿਆ ਨਹੀਂ ਸੀ ਵੀ ਅਸੀਂ ਕੀ ਕਹਿਣ ਆਏ ਹਾਂ। ਕਹਿਣ ਲੱਗੇ ਬਾਬਾ ਜੀ ਪੁੱਛਣ ਲੱਗੇ ਕੀ ਗੱਲ ਹੈ, ਤੁਹਾਡਾ ਮਨ ਕਿਉਂ ਡਾਵਾਂ ਡੋਲ ਹੈ? ਮੇਰੇ ਉਚਿਤ ਕੌਣ ਸੋ ਕਾਮ। ਹੱਥ ਜੋੜ ਕੇ ਬਾਬਾ ਬੁੱਢਾ ਸਾਹਿਬ ਜੀ ਸੰਗਤ ਦਾ ਸਤਿਕਾਰ ਕਰਦਿਆਂ ਕਹਿੰਦੇ, ਸੰਗਤ ਜੀ ਦੱਸੋ ਮੇਰੇ ਲਾਇਕ ਕੀ ਸੇਵਾ ਹੈ, ਮੈਂ ਕੀ ਤੁਹਾਡੀ ਸੇਵਾ ਟਹਿਲ ਕਰ ਸਕਦਾ? ਤਰਨ ਸੁਕਉ ਸਕਲ ਅਬੀਰਾਮ। ਜੋ ਸੰਗਤ ਹੁਕਮ ਕਰੇਗੀ ਉਹ ਸੇਵਾ ਮੈਂ ਝਟ ਕਰਨ ਵਾਸਤੇ ਤਿਆਰ ਹਾਂ। ਇੱਕ ਸਿੱਖ ਕੀ ਸੇਵਾ ਫਲ ਮਹਾ। ਕਿਉਂਕਿ ਇੱਕ ਸਿੱਖ ਦੀ ਸੇਵਾ ਵੀ ਮਹਾਨ ਹੁੰਦੀ ਹੈ। ਕਿਸੇ ਇੱਕ ਗੁਰਸਿੱਖ ਦੀ ਸੇਵਾ ਕਰੀਏ ਉਹ ਸੇਵਾ ਵੀ ਮਹਾਨ ਹੁੰਦੀ ਹੈ। ਸੰਗਤ ਸੇਵ ਪਾਈਏ ਕਹਾ। ਤੇ ਕਹਿੰਦੇ ਸੰਗਤ ਦੀ ਸੇਵਾ ਮਿਲ ਜੇ ਤੇ ਹੋਰ ਕੀ ਚਾਹੀਦਾ? ਬਾਬਾ ਬੁੱਢਾ ਸਾਹਿਬ ਕਹਿੰਦੇ, ਵੇਖੋ ਕਿੰਨੀ ਬੇਨਿਮਰਤਾ। ਜੇ ਸੰਗਤ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਸਨਮਾਨ ਦਿੱਤਾ ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਸੰਗਤ ਦਾ ਕਿੰਨਾ ਸਨਮਾਨ ਕਰ ਰਹੇ। ਕਹਿੰਦੇ ਇੱਕ ਸਿੱਖ ਦੀ ਸੇਵਾ ਹੀ ਬੜੀ ਮਹਾਨ ਹੁੰਦੀ ਹੈ ਤੇ ਮੇਰੇ ਵੱਡੇ ਭਾਗ ਕਿ ਮੈਨੂੰ ਤੁਹਾਡੀ ਸਾਰੀ ਸੰਗਤ ਦੀ ਸੇਵਾ ਮਿਲੇ। ਮੈਨੂੰ ਹੋਰ ਕੀ ਚਾਹੀਦਾ? ਹੁਕਮ ਕਰੋ, ਮੈਂ ਕੀ ਸੇਵਾ ਕਰਾਂ? ਜਿਸ ਪਰ ਸਤਿਗੁਰ ਹੋਏ ਕਿਰਪਾਲ। ਕਿਉਂਕਿ ਸੰਗਤ ਦੀ ਸੇਵਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਤੇ ਸਤਿਗੁਰੂ ਜੀ ਕਿਰਪਾਲ ਹੋਣ। ਗੁਰਸਿੱਖਾਂ ਦੀ ਟਹਿਲ, ਗੁਰਸਿੱਖਾਂ ਦੀ ਸੇਵਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਤੇ ਗੁਰੂ ਦੀ ਦਇਆ ਹੋਏ। ਟਹਿਲ ਮਹਿਲ ਤਾਂ ਕੋ ਮਿਲੈ ਜਾਂ ਕੋ ਸਾਧ ਕਿਰਪਾਲ। ਜਿਹਦੇ ਤੇ ਗੁਰੂ ਦਾ ਤਰਸ ਹੋਵੇ, ਗੁਰੂ ਦੀ ਦਇਆ ਹੋਵੇ, ਉਸੇ ਨੂੰ ਗੁਰਸਿੱਖਾਂ ਦੀ ਟਹਿਲ ਸੇਵਾ ਮਿਲਦੀ ਹੈ। ਨਿਜ ਦਾਸਨ ਕੀ ਦੇ ਤਬ ਕਾਲ। ਜਿਹਦੇ ਤੇ ਸਤਿਗੁਰੂ ਜੀ ਪ੍ਰਸੰਨ ਹੋਵਣ ਉਹਨੂੰ ਸਤਿਗੁਰੂ ਜੀ ਆਪਣੇ ਸੇਵਕਾਂ ਦੀ ਸੇਵਾ ਬਖਸ਼ ਦਿੰਦੇ ਹੈ। ਕਲਗੀਧਰ ਸੁਆਮੀ ਕਹਿਣ ਲੱਗੇ, ਸਿੱਖੋ ਜਿਸ ਸਿੰਘ ਤੇ ਮੈਂ ਦਇਆ ਕਰਾਂ, ਕਿਰਪਾ ਕਰਾਂ, ਤੇ ਮੈਂ ਉਹਦੇ ਘਰ ਆਪਣਾ ਇੱਕ ਤਿਆਰ ਬਰ ਤਿਆਰ ਸਿੰਘ ਭੇਜ ਦੇਣਾ ਸੇਵਾ ਕਰਨੇ, ਵੀ ਉਹਦੀ ਸੇਵਾ ਕਰੇ। ਹੋਰ ਖੁਸ਼ ਹੋ ਜਾਵਾਂ ਤੇ ਫਿਰ 5 ਸਿੰਘ ਭੇਜ ਦੇਣਾ। ਜਦੋਂ ਟੁੱਟ ਪਵਾਂ, ਰੀਝ ਪਵਾਂ, ਤੇ ਫਿਰ ਮੈਂ ਆਪਣੀ ਬਾਣੀ ਪੜਨ ਵਾਲੀ ਸੰਗਤ ਭੇਜ ਦਿੰਦਾ। ਇਹ ਬਾਬਾ ਬੁੱਢਾ ਸਾਹਿਬ ਜੀ ਵੀ ਕਹਿ ਰਹੇ ਨੇ, ਕਹਿੰਦੇ ਗੁਰਸਿੱਖਾਂ ਦੀ ਸੇਵਾ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਤੇ ਗੁਰੂ ਸਾਹਿਬ ਦਿਆਲ ਹੋਣ, ਜਿਨ੍ਹਾਂ ਤੇ ਗੁਰੂ ਸਾਹਿਬ ਆਪਣੀ ਕਿਰਪਾ ਕਰਨ। ਸੰਗਤ ਕਿਉ ਤਬੇ ਕਰ ਬੰਦ। ਜਦੋਂ ਬਾਬਾ ਜੀ ਨੇ ਪੁੱਛਿਆ ਦੱਸੋ ਕੀ ਸੇਵਾ ਕਰਾਂ, ਫਿਰ ਸੰਗਤ ਨੇ ਹੱਥ ਜੋੜੇ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ, ਗੁਰ ਬਿਨ ਵਿਆਕੁਲ ਉਰ ਸਿੱਖ ਬ੍ਰਿੰਦ। ਕਹਿਣ ਲੱਗੇ ਬਾਬਾ ਜੀ ਜਿਤਨੀ ਸੰਗਤ ਹੈ ਸਤਿਗੁਰਾਂ ਤੋਂ ਬਿਨਾਂ, ਉਹਨਾਂ ਦੇ ਦਰਸ਼ਨਾਂ ਤੋਂ ਬਿਨਾਂ ਵਿਆਕੁਲ ਹੈ। ਜਿੰਨੇ ਵੀ ਸਿੱਖ ਨੇ ਬੇਬਲ ਨੇ, ਸਤਿਗੁਰਾਂ ਦੀ ਮੂਰਤ ਦੇ ਦਰਸ਼ਨ ਨਹੀਂ ਪਏ ਹੁੰਦੇ। ਕਹਾਂ ਗਏ ਨੈ ਜਾਣੀ ਜਾਏ। ਪਤਾ ਨਹੀਂ ਸਤਿਗੁਰੂ ਜੀ ਕਿੱਥੇ ਚਲੇ ਗਏ ਨੇ, ਸਾਨੂੰ ਤਾਂ ਕੁਝ ਸਮਝ ਨਹੀਂ ਆਉਂਦੀ। ਜਥਾ ਅਚਾਨਕ ਰਵ ਅਸਤਾਏ। ਜਿਵੇਂ ਕਿਤੇ ਅਚਾਨਕ ਸੂਰਜ ਛੁਪ ਜਾਏ, ਏਦਾਂ ਸਤਿਗੁਰੂ ਜੀ ਗੁਪਤ ਹੋ ਗਏ ਨੇ। ਮਸਤਕ ਟੇਕੇ ਤਾਹੇ ਅਗਾਰੀ। ਅਸੀਂ ਸਤਿਗੁਰੂ ਜੀ ਦੇ ਸਨਮੁਖ ਨਮਸਕਾਰਾਂ ਕਰਦੇ ਹਾਂ। ਰਹੇ ਬੈਠ ਅਬ ਕੌਣ ਆਧਾਰੀ। ਹੁਣ ਅਸੀਂ ਕਿਹਨੂੰ ਨਮਸਕਾਰ ਕਰੀਏ, ਕਿਹਦੇ ਆਧਾਰ ਦੇ ਨਾਲ ਅਸੀਂ ਬੈਠੀਏ। ਜਿਮ ਤਾਰਨ ਮੈਂ ਚੰਦ ਬਿਰਾਜੇ। ਜਿਵੇਂ ਤਾਰਿਆਂ ਵਿੱਚ ਚੰਦਰਮਾ ਬਿਰਾਜਦਾ ਸੋਹਣਾ ਲੱਗਦਾ ਹੈ, ਤਿਮ ਸੰਗਤ ਮੈਂ ਸਤਿਗੁਰ ਛਾਜੇ। ਏਦਾਂ ਗੁਰਸਿੱਖਾਂ ਵਿੱਚ ਸਤਿਗੁਰੂ ਜੀ ਬਿਰਾਜਦੇ ਨੇ, ਅਚਾਨਕ ਅਲੋਪ ਹੋ ਗਏ ਨੇ। ਜਿਸ ਕੋ ਆਪ ਸਥਾਪੋ ਗੁਰ ਕਰ। ਹੁਣ ਬਾਬਾ ਜੀ ਤੁਸੀਂ ਦੱਸੋ, ਇੱਥੇ ਸੰਗਤ ਵਿੱਚ ਤਾਂ ਇਹ ਚਰਚਾ ਵੀ ਸਤਿਗੁਰੂ ਸੱਚਖੰਡ ਚਲੇ ਗਏ ਨੇ। ਹੁਣ ਤੁਸੀਂ ਜਿਹਨੂੰ ਸਥਾਪੋਗੇ, ਕਿਉਂਕਿ ਤਿਲਕ ਤਾਂ ਤੁਸੀਂ ਦਿੰਦੇ ਹੋ ਗੁਰਿਆਈ ਦਾ, ਹੁਣ ਜਿਸ ਨੂੰ ਤੁਸੀਂ ਥਾਪੋਗੇ ਤਿਸ ਕੋ ਸੰਗਤ ਮਾਨੇ ਸਿਰ ਧਾਰੇ। ਉਸੇ ਨੂੰ ਸੰਗਤ ਸੀਸ ਧਰ ਕੇ ਨਮਸਕਾਰ ਕਰੇਗੀ। ਇਮ ਸੁਨ ਕੇ ਸਭ ਤੇ ਨਿਜ ਕਾਨ। ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤ ਕੋਲੋਂ ਇਹ ਸਾਰੀ ਗੱਲ ਸੁਣੀ, ਬੁੱਢੇ ਤਬੇ ਲਗਾਇਓ ਧਿਆਨ। ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਨੇਤਰ ਮੁੰਦੇ, ਕਿਉਂਕਿ ਗੁਰੂ ਬਾਬਾ ਜੀ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਬਾਬਾ ਬੁੱਢਾ ਜੀ ਤੁਹਾਡੀਆਂ ਅੱਖਾਂ ਤੋਂ ਓਲੇ ਨਾ ਹੋਸਾਂ।
ਤੋ ਬਾਬਾ ਬੁੱਢਾ ਸਾਹਿਬ ਜੀ ਧਿਆਨ ਦੀ ਮੁਦਰਾ ਵਿੱਚ ਬੈਠੇ। ਇੱਕ ਕਟਕਾ ਲਗ ਦ੍ਰਿਗ ਨੇ ਖੋਲੇ। ਤਕਰੀਬਨ ਇੱਕ ਘੜੀ ਤੱਕ ਨੇਤਰ ਨਹੀਂ ਖੋਲੇ, ਬਾਬਾ ਜੀ ਅਡੋਲ ਬੈਠੇ ਰਹੇ। ਬੈਠੇ ਸੰਗਤ ਜੁਗਤ ਅਡੋਲੇ। ਜਿੰਨੀ ਸੰਗਤ ਸੀ ਉਹ ਵੀ ਅਡੋਲ ਬੈਠੀ ਰਹੀ। ਤੀਨ ਲੋਕ ਮੈਂ ਖੋਜਨ ਕੀਨੇ। ਹੁਣ ਬਾਬਾ ਬੁੱਢਾ ਸਾਹਿਬ ਦੀ ਦ੍ਰਿਸ਼ਟੀ ਤਿੰਨਾਂ ਲੋਕਾਂ ਵਿੱਚ ਘੁੰਮਦੀ ਹੈ। ਤ੍ਰਿਕਾਲਦਰਸ਼ੀ ਮਹਾਂਪੁਰਖ ਨੇ ਤਿੰਨਾਂ ਲੋਕਾਂ ਵਿੱਚ ਖੋਜਿਆ ਲੱਭਿਆ। ਸਤਿਗੁਰ ਬਿਦਤ ਨਹੀਂ ਕਿਤ ਚੀਨੇ। ਕਿਤੇ ਸਤਿਗੁਰੂ ਜੀ ਨਜ਼ਰ ਨਹੀਂ ਪਏ ਆਉਂਦੇ। ਛਪੇ ਕਉ ਪੁਨ ਦੇਖਤ ਪਇਓ। ਫਿਰ ਛਪੇ ਹੋਏ ਨਜ਼ਰ ਆਏ ਵੀ ਸਤਿਗੁਰੂ ਜੀ ਤਾਂ ਆਪ ਹੀ ਗੁਪਤ ਹੋਏ ਬੈਠੇ ਨੇ। ਥਾਨੇ ਅਨੇਕ ਖੋਜਬੋ ਕੀਓ। ਜਦੋਂ ਅਨੇਕਾਂ ਥਾਵਾਂ ਤੇ ਖੋਜਿਆ ਆਪਣੇ ਅੰਦਰ ਧਿਆਨ ਹੋ ਕੇ, ਜਾਣਿਓ ਮਨ ਮੈਂ ਤਬ ਗੁਰ ਫੁਰੇ। ਉਸੇ ਵੇਲੇ ਸਮਝ ਗਏ ਬਾਬਾ ਬੁੱਢਾ ਸਾਹਿਬ ਜੀ ਸਤਿਗੁਰੂ ਜੀ ਨੇ ਆਪ ਹੀ ਦਰਸ਼ਨ ਦੇ ਦਿੱਤੇ। ਪ੍ਰਵਸ਼ੇ ਕੋਸ਼ਟ ਅੰਤਰ ਦੁਰੇ। ਦੇਖਿਆ ਵੀ ਇੱਕ ਕੋਠੇ ਵਿੱਚ ਗਵਾਲੇ ਦਾ ਕੋਠਾ ਹੈ ਬਾਸਰ ਕੇ ਪਿੰਡ ਦੇ ਨੇੜੇ। ਉਸ ਕੋਠੇ ਦੇ ਵਿੱਚ ਸਤਿਗੁਰੂ ਜੀ ਅੰਦਰ ਹਨ। ਦਰ ਚਿਣ ਰਾਖਿਓ ਵਹਿਰ ਨਕਾਉ। ਦਰਵਾਜ਼ਾ ਚਿਣਿਆ, ਬਾਹਰ ਕੋਈ ਨਹੀਂ ਹੈ। ਕਰ ਸਮਾਦ ਬੈਠੇ ਤਿਸ ਮਾਉ। ਤੇ ਸਮਾਧੀ ਸਥਿਤ ਹੋ ਕੇ ਉੱਥੇ ਬੈਠੇ ਹਨ। ਸਗਰੋ ਖੋਜ ਧਿਆਨ ਮੈਂ ਦੇ। ਇਹ ਸਾਰੀ ਖੋਜ ਬਾਬਾ ਜੀ ਨੇ ਆਪਣੇ ਧਿਆਨ ਵਿੱਚ ਕੀਤੀ। ਖੋਲੇ ਲੋਚਨ ਬੀਚੇ ਅਸ਼ੇਖ। ਫਿਰ ਆਪਣੇ ਨੇਤਰ ਖੋਲੇ। ਔਰ ਵਿਚਾਰ ਇਮਕੀਨ ਵਿਸਾਲਾ। ਤੇ ਮਨ ਚ ਵਿਚਾਰ ਕੀਤੀ ਬਾਬਾ ਬੁੱਢਾ ਸਾਹਿਬ ਜੀ ਨੇ। ਕਰੋ ਬਤਾਵਨ ਜੇਸ ਕਾਲਾ। ਜੇ ਹੁਣ ਮੈਂ ਇਸ ਵਕਤ ਬੋਲਾਂਗਾ, ਸਤਿਗੁਰ ਅਮੁਕ ਸਥਾਨ ਸੁਹਾਏ। ਸਤਿਗੁਰੂ ਜੀ ਫਲਾਣੇ ਥਾਂ ਫਲਾਣੀ ਜਗ੍ਹਾ ਤੇ ਹਨ। ਅੰਤਰ ਛਪੇ ਸਮਾਦ ਲਗਾਏ। ਕੋਠੇ ਵਿੱਚ ਬੈਠੇ ਸਮਾਧੀ ਚ ਸਥਿਤ ਹਨ। ਤਬ ਅਜ਼ਮਤ ਜ਼ਾਹਿਰ ਹੋਈ ਜਾਏ। ਤੇ ਮੇਰੀ ਕਰਾਮਾਤ ਪ੍ਰਗਟ ਹੋ ਜਾਏਗੀ। ਸਿੱਖ ਆਖਣਗੇ ਬਾਬਾ ਬੁੱਢਾ ਸਾਹਿਬ ਜੀ ਅੰਤਰਜਾਮੀ ਨੇ, ਮੇਰੀ ਵਡਿਆਈ ਕਰਨਗੇ। ਵੇਖੋ ਮਹਾਂਪੁਰਸ਼ਾਂ ਦੀ ਖੇਡ। ਸਮਝ ਗਏ ਸਭ ਕੁਝ, ਪਰ ਆਪਣਾ ਆਪ ਛੁਪਾਉਣਾ, ਆਪਣੇ ਆਪ ਦੀ ਖੇਡ ਨੂੰ ਗੁਪਤ ਰੱਖਣਾ, ਉਹ ਉਸ ਅਵਸਥਾ 'ਚ ਕਹਿੰਦੇ ਜੇ ਦੱਸਿਆ ਤੇ ਇਹਨਾਂ ਨੇ ਕਹਿਣਾ ਵੀ ਬਾਬਾ ਜੀ ਅਜਮਤੀ ਹਨ। ਨੀਕੀ ਰੀਤ ਨਹੀਂ ਇਸ ਭਾਏ। ਇਹ ਗੱਲ ਚੰਗੀ ਨਹੀਂ ਵੀ ਗੁਰੂ ਸਾਹਿਬ ਦੇ ਹੁੰਦਿਆਂ ਇਹ ਮੇਰੀ ਸੋਭਾ ਕਰਨ। ਅਪਰ ਫਰੇਬ ਕਰੀਜੀਏ ਕੋਈ। ਕਹਿੰਦੇ ਕੋਈ ਹੋਰ ਪਰਦਾ ਕਰੀਏ ਵੀ ਜਿਹਦੇ ਨਾਲ ਸਤਿਗੁਰੂ ਜੀ ਪ੍ਰਗਟ ਵੀ ਹੋ ਜਾਣ ਤੇ ਮੈਂ ਵੀ ਲੁਕਿਆ ਰਵਾਂ, ਮੈਂ ਵੀ ਛੁਪਿਆ ਰਹਾ। ਬਾਬਾ ਬੁੱਢਾ ਸਾਹਿਬ ਜੀ ਉਹ ਜੁਗਤ ਮੁਕਤ ਦੱਸ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰਾਂ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ।